ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ऊट गई मैं तेरी, ना तुम डुल हो ना हम गिरते, रख लीनी हर मेरी, तेरे कवन कवन गुण कह कह गावा, तू साहिब गुणी निदाना, तुमरी महिमा बरन ना साकूं, तू ठाकुर ऊच भगवाना, बदबख्त हम चूं बखील गाफिल, बेनजर बेबाक, नानक बुगोयत जन तुरा, तेरे चाकरां पाखाक। हाँ जी। ਸਲੋਕ ਮਹਿਲਾ ਪਹਿਲਾ। ਪਹਿਲਾ ਮਾਸੋ ਨਿਮਿਆ, ਮਾਸੈ ਅੰਦਰ ਵਾਸ, ਜਿਉ ਪਾਈ ਮਾਸ ਮੋਹ ਮਿਲਿਆ, ਹੱਡ ਚਮ ਤਨ ਮਾਸ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਜਿਨੇ ਗੁਰਦਰਬਾਰ ਵਿੱਚ ਸੁਸ਼ੋਭਿਤ ਹੋ, ਜਿਨੇ ਆਪਣੇ ਘਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਘਰ ਬੈਠੇ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ, ਕੋਈ ਵੀ ਰਸਨਾ ਬਿਰਬੀ ਨਾ ਰਹੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਤੇ ਪੌੜੀਆਂ ਦੇ ਨਾਲ ਸਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਮਾਰੂ ਕੀ ਵਾਰ 24 ਪੌੜੀਆਂ ਦੇ ਨਾਲ ਦੇ ਸਲੋਕ, ਜਿਨ੍ਹਾਂ ਦੀ ਅਸੀਂ ਮਜ਼ਮੂਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਇਹਨਾਂ ਸਲੋਕਾਂ ਰਾਹੀਂ ਦਰਸ਼ਨ ਕਰਕੇ ਆਏ ਹਾਂ। ਸੋ ਬਖਸ਼ੋ ਅਸੀਸ, ਇਹ ਵਿਚਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਕਰਾਉਣ, ਕਿਉਂਕਿ ਇਹ ਕਰਤੀ ਦੀਆਂ ਬਾਤਾਂ ਕਰਤਾ ਹੀ ਜਾਣਦਾ ਹੈ, ਅਸੀਂ ਨਹੀਂ ਜਾਣ ਸਕਦੇ। ਸਤਿਗੁਰੂ ਜੀ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰਾਂ ਕਰਾਉਣ, ਆਪ ਵਿੱਚ ਵਰਤਣ, ਕਹਿਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਕਾਗਰ ਚਿੱਤ ਦੀ ਦਾਤ ਬਖਸ਼ਣ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹਨਾਂ ਸਲੋਕਾਂ ਦੇ ਬਾਬਤ ਇਹ ਸਾਖੀ ਮਿਲਦੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੁਰੂਕਸ਼ੇਤਰ ਦੀ ਧਰਤੀ ਤੇ ਜਦ ਪਹੁੰਚੇ ਨੇ, ਤੇ ਅਕਸਰ ਇਸ ਸ਼ਬਦ ਬਾਰੇ ਸਾਰੇ ਹੀ ਵਿਦਵਾਨ ਇਸ ਗੱਲ ਤੇ ਗਵਾਹੀ ਭਰਦੇ ਨੇ ਕਿ ਗੁਰੂ ਸਾਹਿਬ ਜਦ ਉੱਥੇ ਪਹੁੰਚੇ ਨੇ ਤੇ ਮਾਸ ਦੇ ਰਿੰਨਣ ਦੀ ਸਾਖੀ ਚੱਲਦੀ ਹੈ, ਮਾਸ ਬਾਬਤ ਵਿਚਾਰ ਚੱਲਦੀ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਔਰ ਸੰਪਰਦਾਇ ਟੀਕੇ ਵਾਲੇ ਤੇ ਇਹ ਵੀ ਲਿਖਦੇ ਨੇ, ਕਿਉਂਕਿ ਤੁਸੀਂ ਪੜ੍ਹ ਵੀ ਲੈਣਾ, ਇਸ ਕਰਕੇ ਮੈਂ ਕੀ ਲੋਕਾਂ ਰੱਖਾਂ ਤੁਹਾਡੇ ਤੋਂ। ਸਭ ਕੋਲ ਮੋਬਾਈਲ ਫੋਨ ਨੇ, ਡਿਵਾਈਸਿਸ ਨੇ, ਉਹਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਮਾਸ ਰਿੰਨ ਕੇ ਪਕਾਇਆ। ਇਹ ਸਾਖੀ ਸੰਪਰਦਾਇ ਟੀਕਿਆਂ ਦੇ ਵਿੱਚ ਚੱਲਦੀ ਹੈ। ਕਿੰਨੀ ਕੁ ਸੱਚ ਹੈ, ਕਿੰਨੀ ਸੱਚ ਨਹੀਂ ਹੈ, ਇਹ ਗੁਰੂ ਹੀ ਜਾਣਦਾ ਹੈ। ਲਿਖਣ ਵਾਲੇ ਬਹੁਤ ਕੁਝ ਲਿਖਿਆ ਹੋਇਆ, ਜਨਮ ਸਾਖੀਆਂ 'ਚ ਵੀ ਇਹ ਸਾਖੀ ਚੱਲਦੀ ਹੈ। ਬਾਕੀ ਗੁਰੂ ਤੇ ਕਿਉਂਕਿ ਸ਼ੰਕਾ ਹੀ ਨਹੀਂ ਕੀਤੀ ਜਾ ਸਕਦੀ, ਕਰਤੇ ਕਾ ਕੀਆ ਜਿਹੜਾ ਹੈ ਉਹ ਪੂਰਾ ਹੀ ਹੈ। ਇੱਕ ਤੇ ਗੁਰੂ ਹੀ ਜਾਣਦਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਜਾਂ ਕਰਤਾਰ ਜਾਣਦਾ ਜਾਂ ਗੁਰੂ ਜਾਣਦਾ, ਕੋਈ ਭੇਤ ਨਹੀਂ ਹੈ। ਖੈਰ ਚਲੋ, ਅਸੀਂ ਸੰਪਰਦਾਇ ਟੀਕੇ ਵਾਲੀ ਸਾਖੀ ਨਹੀਂ ਲੈਂਦੇ। ਅਸੀਂ ਜੋ ਇਸ ਸ਼ਬਦ ਦੀ ਵਿਚਾਰ ਹੈ, ਨਿਰੋਲ ਉਹੀ ਵਿਚਾਰ ਲੈਂਦੇ ਹਾਂ। ਸ਼ਬਦ ਦੀ ਵਿਚਾਰ ਤੋਂ ਬਾਹਰ ਨਹੀਂ ਜਾਂਦੇ, ਔਰ ਕੋਈ ਦਾਵਾ ਵੀ ਨਹੀਂ ਸ਼ਬਦ ਦੀ ਵਿਚਾਰ ਦੇ ਵਿੱਚ ਕਿ ਇਹੀ ਵਿਚਾਰ ਹੋ ਸਕਦੀ ਹੈ ਜਾਂ ਇਹੀ ਹੋਏਗੀ। ਪਹਿਲੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵਿਚਾਰ ਤੁਸੀਂ ਆਪ ਹੀ ਕਰਾਇਓ। ਹਾਂ, ਸੁਹਿਰਦਤਾ
ਤੇ ਇਹ ਹੈ ਜੇ ਆਪ ਜੀ ਨੂੰ ਇਹ ਵਿਚਾਰ, ਇਸ ਵਿਚਾਰ ਦੇ ਵਿੱਚ ਕੋਈ ਹੋਰ ਨਵੇਕਲੀ ਵਿਚਾਰ ਪਨਪੇਗੀ, ਕੋਈ ਫੁਰਨਾ ਆਏਗਾ, ਆਪ ਕਦੀ ਵੀ ਦਾਸ ਨਾਲ ਇਸ ਗੱਲ ਦੀ ਸਾਂਝ ਪਾ ਸਕਦੇ ਹੋ। ਆਓ ਜੀ ਇਸ ਸਲੋਕ ਵੱਲ ਤੁਰੀਏ, ਕਿਉਂਕਿ ਪੌੜੀ ਦੇ ਨਾਲ ਦੇ ਮਜਮੂਨ ਨੇ। ਸਲੋਕ ਮਹੱਲਾ ਪਹਿਲਾ। ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ। ਬੜੀ ਵੱਡੀ ਚਰਚਾ ਹੋਈ ਕੁਰੂਕਸ਼ੇਤਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ, ਔਰ ਪੰਡਿਤ ਦਾ ਨਾਮ ਹੈ ਨਾਨੂ। ਇਹ ਉਹਨਾਂ ਦੇ ਰਿਸੋਰਸਿਸ ਵਿੱਚ ਵੀ ਹੈ ਔਰ ਇੱਥੇ ਵੀ। ਕੁਰੂਕਸ਼ੇਤਰ ਐਸੀ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ, ਇਉਂ ਸਮਝੋ 10 ਗੁਰੂ ਸਾਹਿਬਾਨਾਂ ਨੇ ਕੁਰੂਕਸ਼ੇਤਰ ਦੀ ਧਰਤੀ ਨੂੰ ਭਾਗ ਲਾਏ ਨੇ। ਕਿ ਜਦ ਵੀ ਗੁਰੂ ਸਾਹਿਬ ਇੱਥੋਂ ਲੰਘੇ ਨੇ ਤੇ ਕੁਰੂਕਸ਼ੇਤਰ ਦੀ ਧਰਤੀ ਧਰਮ ਦੀ, ਭਾਵ ਹਿੰਦੂ ਸਨਾਤਨ ਧਰਮ ਦੀ ਬੜੀ ਪਵਿੱਤਰ ਧਰਤੀ ਮੰਨੀ ਗਈ ਹੈ। ਸੋ ਉਸ ਧਰਤੀ ਤੇ ਇੱਕ ਨਹੀਂ ਸੈਂਕੜੇ ਵਾਰੀ ਵਿਚਾਰਾਂ ਨੇ। ਬਾਣੀ 'ਚ ਗੁਰੂ ਅਮਰਦਾਸ ਜੀ ਦੇ ਸ਼ਬਦ ਨੇ, ਪਰਥਾਈ ਸਾਖੀ ਗੁਰੂ ਅਮਰਦਾਸ ਜੀ ਦੇ ਕੁਰੂਕਸ਼ੇਤਰ ਦੀ ਧਰਤੀ ਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਵਾਦ ਹੈ ਕੁਰੂਕਸ਼ੇਤਰ ਦੀ ਧਰਤੀ ਤੇ। ਗੁਰੂ ਹਰਗੋਬਿੰਦ ਸਾਹਿਬ ਦਾ ਸੰਵਾਦ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਾਖੀਆਂ ਨੇ। ਬਹੁਤ ਕੁਝ ਇਤਿਹਾਸ ਸਮੋਇਆ ਬੈਠਾ ਹੈ। ਪਰ ਇਹ ਹੈ ਕਿ ਅਸੀਂ ਦਿੱਲੀ ਰਹਿੰਦੇ ਹਾਂ ਤੇ ਅਸੀਂ ਕੁਰੂਕਸ਼ੇਤਰ ਜਾਣ ਦੀ ਕਦੀ ਖੇਚਲ ਵੀ ਨਹੀਂ ਕੀਤੀ, ਸਮੇਤ ਮੇਰੇ। ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ, ਮਨ 'ਚ ਬੜਾ ਹੈ ਕਿ ਕੁਰੂਕਸ਼ੇਤਰ ਜਾਇਆ ਜਾਏ, ਕਿ ਜਿੱਥੇ 10 ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ। ਇਹ ਵਿਚਾਰ ਪਹਿਲੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਮਾਸ ਕਰਕੇ ਮਨੁੱਖ ਲੜਦਾ ਕੀ ਖਾਣਾ ਕੀ ਨਹੀਂ ਖਾਣਾ, ਕਿਹੜਾ ਪਵਿੱਤਰ ਹੈ ਕਿਹੜਾ ਅਪਵਿੱਤਰ ਹੈ, ਮਾਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ। ਸ਼ੁੱਡ ਸਿੱਖ ਈਟ ਮੀਟ, ਇਹਦੇ ਉੱਤੇ ਇੱਕ ਨਹੀਂ ਕਈ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ, ਕਈ ਚਰਚਾਵਾਂ, ਇੰਟਰਨੈਟ, ਗੂਗਲ, ਕੌਰਾ, ਕਿੰਨਾ ਕੁਝ ਭਰਿਆ ਹੋਇਆ। ਔਰ ਵੱਡੀ ਗੱਲ ਇਹ ਹੈ ਕਿ ਇੱਥੇ ਆਮ ਕਰਕੇ ਸਾਨੂੰ ਵੀ ਇੱਕ ਨਹੀਂ ਸੈਂਕੜੇ ਵਾਰੀ ਬਾਂਹ ਫੜ ਲੈਂਦੇ ਆ ਜੀ ਤੁਸੀਂ ਮਾਸ ਖਾਂਦੇ ਹੋ ਨਹੀਂ ਖਾਂਦੇ। ਇਹ ਵਿਚਾਰ ਆਮ ਹੈ, ਸਭ ਦੇ ਵਿੱਚ ਪ੍ਰਚਲਿਤ ਹੈ। ਔਰ ਸਿੱਖ ਜਗਤ ਦੇ ਵਿੱਚ ਥੋੜਾ ਸਮਾਂ ਪਹਿਲਾਂ ਤੇ ਐਸਾ ਇੱਕ ਹਾੜੀ ਆ ਗਿਆ ਸੀ ਕਿ ਜਿਹਨੂੰ ਪੁੱਛੋ ਉਹ ਇਹੀ ਸਵਾਲ ਪੁੱਛਦਾ ਸੀ ਕਿ ਮਾਸ ਖਾਣਾ ਚਾਹੀਦਾ ਜੀ ਨਹੀਂ, ਜੇ ਨਹੀਂ ਖਾਣਾ ਜਾਂ ਨਹੀਂ ਖਾਣਾ ਚਾਹੀਦਾ। ਔਰ ਵੱਡੇ ਵੱਡੇ ਕਥਾਵਾਚਕ ਮਾਨ ਸਿੰਘ ਚੌਰ ਤੋਂ ਲੈ ਕੇ ਕਥਾਵਾਚਕ ਸੰਤ ਸਿੰਘ ਜੀ ਮਸਕੀਨ ਵਰਗਿਆਂ ਨੇ ਵੀ, ਮਸਕੀਨ ਜੀ ਨੇ ਇਹਦੇ ਉੱਤੇ ਬੜੀ ਵੱਡੀ ਵਿਚਾਰ ਰੱਖੀ ਹੈ, ਬੜੀ ਵੱਡੀ ਚਰਚਾ ਰੱਖੀ ਹੈ। ਆਓ ਇਹ ਸ਼ਬਦ ਵਿਚਾਰੀਏ। ਪਹਿਲਾ ਹਾਂ ਮਾਸੋਂ ਨਿਮਿਆ ਮਾਸੈ ਅੰਦਰ ਵਾਸ। ਮਾਸ ਤੋਂ ਕੋਈ ਨਹੀਂ ਬਚ ਸਕਦਾ। ਆਓ ਬੜੀ ਦੂਰ ਦ੍ਰਿਸ਼ਟੀ ਦੇ ਨਾਲ ਇਸ ਗੱਲ ਨੂੰ ਵਿਚਾਰੀਏ। ਸਾਡਾ ਜਨਮ ਹੀ ਮਾਸ ਦੇ ਵਿੱਚੋਂ ਹੋਇਆ। ਪਹਿਲਾ ਮਾਸੋਂ ਨਿਮਿਆ ਮਾਸੈ ਅੰਦਰ ਵਾਸ। ਮਾਸ ਭਾਵ ਸਾਡੀ ਜਿੰਦ, ਜਿਹੜਾ ਸਰੀਰ ਹੈ, ਇਹ ਮਾਂ ਦੇ ਗਰਭ ਵਿੱਚੋਂ ਨਿਕਲਿਆ ਤੇ ਗਰਭ ਵੀ ਮਾਸ ਦਾ ਸੀ ਤੇ ਇਹ ਸਰੀਰ ਵੀ ਮਾਸ ਵਿੱਚੋਂ ਹੀ ਬਣਿਆ ਹੈ। ਫਿਰ ਅੱਗੇ ਮਹਾਰਾਜ ਜੀ ਕਹਿੰਦੇ ਜੀਉ ਪਾਏ ਮਾਸ ਮਹਿ ਮਿਲਿਆ। ਇਹ ਜਿੰਦ ਆਤਮਾ ਵੀ ਮਾਸ ਰੂਪੀ ਸਰੀਰ ਦੇ ਵਿੱਚ ਹੀ ਪਾਈ ਗਈ। ਇਹ ਸਾਰੇ ਹੀ ਮਾਸ ਹੈ, ਸਾਡੇ ਸਰੀਰ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ। ਜੀਉ, ਜੀਉ ਕਹਿੰਦੇ ਆਤਮਾ। ਜੀਉ ਪਾਏ ਮਾਸ ਮਹਿ ਮਿਲਿਆ, ਹੱਡ ਚੰਮ ਤਨ ਮਾਸ। ਕੁਛ ਐਸਾ ਨਹੀਂ ਹੈ ਜਿਸ ਨੂੰ ਅਸੀਂ ਮਾਸ ਤੋਂ ਅੱਡ ਕਰ ਸਕੀਏ, ਜਿਹਨੂੰ ਪਵਿੱਤਰ ਜਾਂ ਅਪਵਿੱਤਰ ਕਹਿ ਸਕੀਏ। ਅਸੀਂ ਮੂੰਹ ਤੋਂ ਬੋਲਦੇ ਹਾਂ ਤੇ ਉਹ ਵੀ ਮਾਸ ਹੀ ਹੈ। ਅਸੀਂ ਹੱਥ ਤੋਂ ਕੋਈ ਕਾਰਜ ਕਰਦੇ ਹਾਂ ਤੇ ਉਹ ਵੀ ਮਾਸ ਹੈ। ਸਾਡੇ ਨਖੂਨਾਂ ਦੇ ਉੱਤੇ ਕਿੰਨੀ ਕੁ ਡੈਡ ਸਕਿਨ ਲੱਗੀ ਹੋਈ ਹੈ, ਇਹ ਤੇ ਅਸੀਂ ਮਾਈਕਰੋਸਕੋਪ ਤੋਂ ਦੇਖਾਂਗੇ ਤੇ ਤਾਂ ਸਾਨੂੰ ਪਤਾ ਲੱਗੇਗਾ। ਪਰ ਅਸੀਂ ਬੜੀ ਐਲਰਜੀ ਕਰਦੇ ਹਾਂ ਜੀ, ਨਹੀਂ ਇਹ ਲੈਦਰ ਹੈ, ਇਹ ਨਹੀਂ ਹੈ ਜਾਂ ਉਹ ਹੈ। ਇਸ ਗੱਲ ਤੋਂ ਗੁਰੂ ਨਾਨਕ ਸਾਹਿਬ ਸਾਨੂੰ ਉੱਚਾ ਚੱਕ ਰਹੇ ਨੇ ਕਿ ਮਹਾਰਾਜ ਕਹਿੰਦੇ ਮਾਸ ਤੋਂ ਭਲਿਆ ਤੂੰ ਕਦੀ ਨਹੀਂ ਬਚ ਸਕਦਾ। ਇਹ ਚਰਚਾ ਨਾਨੂ ਪੰਡਿਤ ਨਾਲ ਹੈ, ਉਹ ਇੱਕ ਨਹੀਂ ਕਈ ਪੰਡਤਾਂ ਦੀ ਟੋਲੀ ਗੁਰੂ ਨਾਨਕ ਸਾਹਿਬ ਨੂੰ ਘੇਰ ਕੇ ਬੈਠ ਗਈ ਸੀ। ਮਾਸ ਦਾ ਕੀ ਮਸਲਾ ਹੈ, ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਤੁਸੀਂ ਖਾਂਦੇ ਹੋ ਨਹੀਂ ਖਾਂਦੇ, ਤੁਹਾਡਾ ਕੀ ਖਿਆਲ ਹੈ, ਜੇ ਖਾਂਦੇ ਹੋ ਤੇ ਕਿਉਂ ਖਾਂਦੇ ਹੋ, ਜੇ ਨਹੀਂ ਖਾਂਦੇ ਤੇ ਫਿਰ ਵੇਦਾਂ ਕਰਕੇ ਨਹੀਂ ਖਾਂਦੇ, ਪੁਰਾਣਾ ਕਰਕੇ, ਸ਼ਾਸਤਰਾਂ ਕਰਕੇ ਨਹੀਂ ਖਾਂਦੇ, ਜੇ ਨਹੀਂ ਖਾਂਦੇ ਫਿਰ ਬਲੀ ਤੇ ਦਿੰਦੇ ਹੋਵੋਗੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ, ਜੇ ਨਹੀਂ ਖਾਂਦੇ ਤੇ ਫਿਰ ਮਾਸ ਦੀ ਵਿਚਾਰ ਵੀ ਤੁਸੀਂ ਅੱਗੇ ਦੱਸਦੇ ਹੋਗੇ। ਇਸ ਬਾਰੇ ਸਪਸ਼ਟ ਕਰੋ ਜੀ। ਮਾਸੋਂ ਮਾਸੋਂ ਨਿਮਿਆ ਮਾਸੈ ਅੰਦਰ ਵਾਸ। ਮਾਸੋਂ ਬਾਹਰ ਕੱਢਿਆ ਮਮਾ ਮਾਸ ਗਿਰਾਸ। ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਵਾਸਾਸ। ਮਾਸੋਂ ਬਾਹਰ ਕੱਢਿਆ, ਮਾਸ ਦੇ ਲੋਥੜੇ ਤੋਂ ਮਾਸ ਦਾ ਲੋਥੜਾ ਬਣਿਆ, ਮਾਂ ਦੇ ਗਰਭ ਵਿੱਚੋਂ ਜੰਮੇ ਤੇ ਜੰਮਦਿਆਂ ਸਾਰ ਹੀ ਪਹਿਲੇ ਪਿਆਰ ਲੱਗਾ ਥਣ ਦੁੱਧ। ਮੂੰਹ ਦੇ ਵਿੱਚ ਮਾਸ ਦਾ ਲੋਥੜਾ ਪਾਇਆ ਮਾਂ ਨੇ ਕਿ ਸ਼ੀਰ ਅੰਮ੍ਰਿਤ ਪਿਲਾਉਣ ਲਈ।
ਇਹਨੂੰ ਮਹਾਰਾਜ ਜੀ ਕਹਿੰਦੇ ਮੰਮਾ ਮਾਸ ਗਿਰਾਸ, ਮੂੰਹ ਦੇ ਵਿੱਚ ਮਾਸ ਦਾ ਹੀ ਭੋਜਨ। ਮੋਹ ਮਾਸੈ ਕਾ ਜੀਵ ਮਾਸੈ ਕੀ। ਫਿਰ ਜੇ ਮਾਂ ਦਾ ਸ਼ੀਰ ਅੰਮ੍ਰਿਤ ਚੁੰਗਣ ਤੋਂ ਬਾਅਦ ਕਹੇ ਨਹੀਂ ਜੀ ਹੁਣ ਮੈਂ ਮਾਸ ਨਹੀਂ ਖਾਂਦਾ, ਮਹਾਰਾਜ ਕਹਿੰਦੇ ਮੂੰਹ ਵੀ ਮਾਸ ਦਾ, ਤੇ ਸਭ ਤੋਂ ਪਹਿਲਾਂ ਮਾਸ ਜਿੱਥੋਂ ਤੂੰ ਪਰਹੇਜ਼ ਕਰ ਰਿਹਾ, ਤੇਰੇ ਮੂੰਹ ਦੇ ਅੰਦਰ 24 ਘੰਟੇ ਸਦਾ ਹੀ ਮਾਸ ਦਾ ਟੁਕੜਾ ਪਿਆ ਹੋਇਆ, ਉਹ ਹੈ ਜੀਵ। ਤੇ ਇਸ ਮਾਸ ਦੇ ਟੁਕੜੇ ਉੱਤੇ ਕਰੋੜਾਂ ਜੀਵ ਜੰਮਦੇ ਨੇ ਤੇ ਕਰੋੜਾਂ ਮਰਦੇ ਨੇ। ਮਹਾਰਾਜ ਕਹਿੰਦੇ ਇਸ ਮਾਸ ਦੇ ਟੁਕੜੇ ਉੱਤੇ ਕਿੰਨੀ ਜਿੰਦਾਂ ਮਰਦੀਆਂ ਨੇ ਤੇ ਕਿੰਨੀਆਂ ਜੰਮਦੇ ਨੇ। ਤੇ ਜਿਹੜਾ ਤੂੰ ਸਾਹ ਲੈ ਰਿਹਾ, ਸਾਹ ਦੇ ਰਾਹੀਂ ਕਿੰਨੇ ਜਿੰਦ ਮਰਦੇ ਨੇ ਤੇ ਕਿੰਨੇ ਜਿੰਦਾਂ ਨੂੰ ਜੀਵਨ ਮਿਲਦਾ, ਇਹਦੀ ਗਿਣਤੀ ਕਦੇ ਨਹੀਂ ਕੀਤੀ। ਮੂੰਹ ਮਾਸੈ ਕਾ, ਮੂੰਹ ਦੇ ਵਿੱਚ ਮਾਸ, ਕਿੰਨੇ ਜੀਵਾਣੂ, ਕਿੰਨੇ ਕੀੜੇ, ਕਿੰਨਾ ਕੁਛ। ਜੋ ਦਿਸ ਰਿਹਾ ਉਹ ਮਾਸ ਹੈ, ਜੋ ਅਣ ਦਿਸਦਾ ਤੇ ਉਹ ਮਾਸ ਨਹੀਂ ਪੰਡਿਤ ਜੀ। ਮੂੰਹ ਮਾਸੈ ਕਾ ਜੀਵ ਮਾਸੈ ਕੀ, ਜੀਵ ਵੀ ਮਾਸ ਦੀ ਮਾਸੈ। ਅੰਦਰ ਸਾਸ, ਤੇ ਜਿਹੜਾ ਸਾਹ ਵੀ ਅੰਦਰ ਜਾ ਰਿਹਾ, ਤੇ ਕਿੰਨੇ ਜ਼ਿਆਦਾ ਕੀਟਾਣੂ, ਕਿੰਨੇ ਜਰਾਸਮ ਅੰਦਰ ਤੇ ਬਾਹਰ। ਮਹਾਰਾਜ ਕਹਿੰਦੇ ਇਹ ਸਾਸ ਗਿਰਾਸ ਇਹ ਸਭ ਕੁਛ ਮਾਸ ਵਿੱਚ ਹੈ ਜੀ। ਵੱਡਾ ਹੋਆ ਵਿਆਹਿਆ ਘਰ ਲੈ ਆਇਆ ਮਾਸ, ਜਪੋ ਜੀ। ਮਾਸੋ ਹੀ ਮਾਸ ਊਪਜੈ, ਮਾਸੋਂ ਸੰਭੋ ਸਾਕ। ਵੱਡਾ ਹੋਇਆ ਤੇ ਵਿਆਹਿਆ ਤੇ ਘਰ ਦੇ ਵਿੱਚ ਵਹੁਟੀ ਲੈ ਕੇ ਆਇਆ, ਤੇ ਮਹਾਰਾਜ ਕਹਿੰਦੇ ਉਹ ਕਿਹੜੀ ਤੂੰ ਪਲਾਸਟਿਕ ਦੀ ਲਿਆਇਆ, ਉਹ ਵੀ ਤੇ ਮਾਸ ਹੀ ਹੈ ਸਾਰਾ ਕੁਝ। ਕਹਿਣ ਦੀ ਗੱਲ ਬਈ ਮਾਸ ਹੀ ਹੈ, ਮਾਸ ਤੋਂ ਪਰਾਂ ਨਹੀਂ ਕੀਤਾ ਜਾ ਸਕਦਾ। ਜੰਮਦਿਆਂ ਤੋਂ ਲੈ ਕੇ ਸਾਰਾ ਸਾਡੀ ਕਾਰ ਵਿਹਾਰ ਇਹਨੂੰ ਇਹ ਇੱਕ ਰੂਪ ਦੇ ਵਿੱਚ ਭੰਡ ਜੰਮੀਆਂ ਭੰਡ ਨਿਮੀਆਂ, ਭੰਡੋ ਹੋਵੇ ਵਿਆਹ ਭੰਡੋ ਹੋਵੇ ਦੋਸਤੀ, ਭੰਡੋ ਚੱਲੈ ਰਾਹ ਭੰਡ। ਇਹ ਸਭ ਕੁਝ ਮਹਾਰਾਜ ਕਹਿੰਦੇ ਔਰਤ ਵੀ ਜੋ ਜਿਹੜੀ ਲੈ ਕੇ ਆਇਆ। ਜੇ ਪੰਡਿਤ ਜੀ ਤੁਸੀਂ ਕਹਿੰਦੇ ਹੋ ਜੀ ਮਾਸ ਨਹੀਂ ਹੈ, ਤੇ ਫਿਰ ਇਹ ਕੀ ਹੈ? ਮਾਸੋਂ, ਮਾਸ ਤੋਂ ਹੀ ਸਭ ਕੁਝ ਹੋਇਆ। ਵੱਡਾ ਹੁਆ ਵਿਆਹਿਆ ਗਿਆ, ਘਰ ਲੈ ਆਇਆ ਮਾਸ, ਪਤਨੀ ਲੈ ਕੇ ਆਇਆ, ਮਾਸੋਂ ਹੀ ਮਾਸ ਉਪਜਿਆ। ਫਿਰ ਉਸ ਮਾਸ ਦੇ ਨਾਲ ਸੰਬੰਧ ਬਣਾ ਕੇ ਤੇ ਹੋਰ ਬੱਚੇ ਨੂੰ ਜਨਮ ਦਿੱਤਾ, ਤੇ ਫਿਰ ਉਹ ਵੀ ਮਾਸ ਹੀ ਉਪਜਿਆ। ਕਿੱਡੀ ਵੱਡੀ ਮਹਾਰਾਜ ਕਹਿੰਦੇ ਮਾਸ ਦੇ ਨਾਲ ਮਾਸ ਦਾ ਮਿਲਾਪ ਹੋਇਆ ਤੇ ਫਿਰ ਮਾਸ ਜੰਮਿਆ। ਮਾਸੋਂ ਹੀ ਮਾਸ ਉਪਜੈ, ਮਾਸੋਂ ਸਭੈ ਸਾਕ। ਇਹ ਸਾਰੇ ਸੰਬੰਧ ਮਾਸ ਕਰਕੇ ਨੇ। ਤੁਸੀਂ ਦੱਸੋ ਪੰਡਿਤ ਜੀ ਕਿਹੜੇ ਮਾਸ ਦੀ ਗੱਲ ਕਰਦੇ ਹੋ? ਕਿਹੜੇ ਮਾਸ ਦੀ ਗੱਲ ਨਹੀਂ ਕੀਤੀ ਜਾਏ ਤੇ ਕਿੱਥੋਂ ਬਚਿਆ ਜਾ ਸਕਦਾ, ਕਿੱਥੋਂ ਨਹੀਂ ਬਚਿਆ ਜਾ ਸਕਦਾ ਜੀ। ਸਤਿਗੁਰ ਮਿਲਿਆ ਹੁਕਮ ਬੁਝੀਐ, ਤਾਂ ਕੋ ਆਵੈ ਰਾਸ। ਆਪ ਛੁਟੇ ਨਹਿ ਛੂਟੀਐ, ਨਾਨਕ ਬਚਨ ਬਿਨਾਸ। ਮਹਾਰਾਜ ਕਹਿੰਦੇ ਆ food will never make you spiritual. If you will become spiritual, then your food habits must be changed or might be changed. ਕਿ ਤੁਹਾਨੂੰ ਭੋਜਨ ਕਦੀ ਵੀ ਰੂਹਾਨੀ ਉਡਾਰੀ ਨਹੀਂ ਦੇ ਸਕਦਾ। ਤੇ ਫਿਰ ਹਾਂ, ਜਦ ਤੁਸੀਂ ਰੂਹਾਨੀ ਉਡਾਰੀ ਦੇ ਮਾਲਕ ਬਣ ਜਾਓ, ਉਸ ਤੋਂ ਬਾਅਦ ਭੋਜਨ ਤੁਹਾਡੀ ਜੀਵਨ ਦਾ ਇੱਕ ਆਹਾਰ ਦੇ ਰੂਪ ਦੇ ਵਿੱਚ ਫਰਕ ਪਾਏਗਾ। ਕਿਉਂ? ਕਿਉਂਕਿ ਜੀਵਨ ਵਿੱਚ ਕੀ ਖਾਣਾ ਕੀ ਨਹੀਂ ਖਾਣਾ, ਚਿੜੀਆਂ ਪੰਛੀਆਂ ਜੀਵ ਜੰਤੂਆਂ ਨੂੰ ਲੜਦੇ ਨਹੀਂ ਦੇਖਿਆ, ਤੇ ਸਭ ਤੋਂ ਸਿਆਣਾ ਮਨੁੱਖ ਤੂੰ ਹੈ। ਤੇ ਜਿਹੜੇ ਇੱਥੇ 84 ਲੱਖ ਕਦੀ ਲੜਦੇ ਭਿੜਦੇ ਨਹੀਂ ਦੇਖੇ, ਬਹਿਸਦੇ ਨਹੀਂ ਦੇਖੇ ਕਿ ਕੀ ਖਾਈਏ ਕੀ ਨਹੀਂ ਖਾਈਏ, ਤੂੰ ਕੀ ਖਾਣਾ ਮੈਂ ਕੀ ਖਾਣਾ, ਜੇ ਮੈਂ ਇਹ ਖਾਣਾ ਤੇ ਮੈਂ ਮਹਾ ਪਵਿੱਤਰ ਹਾਂ, ਤੇ ਮੈਂ ਜੇ ਇਹ ਨਹੀਂ ਖਾਂਦਾ ਤੇ ਮੈਂ ਉਸ ਤੋਂ ਪਵਿੱਤਰ ਹਾਂ, ਤੇ ਜੇ ਤੂੰ ਇਹ ਖਾਂਦਾ ਤੇ ਤੂੰ ਮਾੜਾ ਹੈ। ਮਹਾਰਾਜ ਕਹਿੰਦੇ ਕਦੀ ਦੇਖਿਆ ਸੀ ਕਿਸੇ ਨੂੰ ਲੜਦੇ ਹੋਏ? ਇੱਕ ਮਨੁੱਖ ਜਿਹੜਾ ਆਪਣੇ ਆਪ ਨੂੰ ਸਭ ਤੋਂ ਸਿਆਣਾ ਕਹਾਉਂਦਾ ਹੈ, ਇੱਕ ਉਹੀ ਲੜਦਾ ਭਿੜਦਾ ਹੈ ਕਿ ਮੈਂ ਇਹ ਖਾਂਦਾ ਤੇ ਮੈਂ ਪਾਪੀ ਤੇ ਨਹੀਂ, ਉਹ ਜੇ ਨਹੀਂ ਖਾਂਦਾ ਤੇ ਉਹ ਪਵਿੱਤਰ ਤੇ ਨਹੀਂ। ਮਹਾਰਾਜ ਕਹਿੰਦੇ ਇਹ ਜਿਹੜੀ ਬੁੱਧੀ ਹੈ ਨਾ, ਮਹਾਰਾਜ ਕਹਿੰਦੇ ਇਹ ਭਿੱਟੀ ਹੋਈ ਬੁੱਧ ਹੈ। ਕਹਿੰਦੇ ਇਹਦਾ ਸਪਿਰਿਚੁਅਲਿਟੀ ਦੇ ਨਾਲ ਨਹੀਂ ਲੈਣਾ ਦੇਣਾ। ਕਿਉਂ? ਕਹਿਣ ਨੂੰ ਬੰਦਾ ਕਹਿੰਦਾ ਜੀ ਮੈਂ ਤੇ ਸ਼ਾਕਾਹਾਰੀ ਹਾਂ, ਵੈਸ਼ਨੂੰ ਹਾਂ, ਤੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਵਿਉਂਤਾਂ ਘੜ ਰਿਹਾ ਹੁੰਦਾ ਹੈ ਕਿ ਸੱਕੇ ਭਰਾ ਦੀ ਜ਼ਮੀਨ ਨੂੰ ਕਿਵੇਂ ਕਬਜ਼ਾ ਕਰਾਂ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਸਿੱਧੀ ਜੀ ਗੱਲ ਮੈਨੂੰ ਖਿਮਾ ਬਖਸ਼ ਦਿਓ ਭਾਈ, ਇਹ ਜਿਹੜੀ ਸੱਚ ਦੀ ਬਾਤ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਇਸ ਰੂਪ ਦੇ ਵਿੱਚ ਕੋਈ ਨਹੀਂ ਕਰ ਸਕਦਾ। ਵਿਉਂ ਤੇ ਘੜੀ ਜਾ ਰਹੀ ਹੈ ਕਿ ਮੈਂ ਉਹਦਾ ਹੱਕ ਕਿਵੇਂ ਮਾਰਨਾ, ਤੇ ਕਹਿੰਦਾ ਮੈਂ 7 ਜਨਮ ਪਵਿੱਤਰ ਹਾਂ ਤੇਰੇ ਤੋਂ। ਕਿਉਂ ਜੀ? ਮੈਂ ਨਹੀਂ ਖਾਂਦਾ। ਉਹ ਪਾਪੀ ਹੈ, ਮਹਾ ਪਾਪੀ। ਮਹਾਰਾਜ ਕਹਿੰਦੇ ਅੱਧੇ ਬੰਦੇ ਤੇ ਇਉਂ ਹੀ ਖੁਸ਼ ਹੋਈ ਜਾਂਦੇ ਆ ਘਰ ਬੈਠੇ ਬੈਠੇ ਕਿ ਅਸੀਂ ਚੰਗੀਆਂ ਨਹੀਂ ਖਾਂਦੇ, ਤੇ ਉਹ ਬਹੁਤ ਮੰਦੇ ਆ। ਮਹਾਰਾਜ ਕਹਿੰਦੇ ਨਾ ਖਾਣ ਦੀ ਗੱਲ ਤੇ ਛੱਡੋ, ਜਿਹੜੇ ਖਾਂਦੇ ਆ ਉਹਨਾਂ ਦੀ ਨਿੰਦਾ ਤੇ ਜਿਹੜਾ ਤੁਸੀਂ ਭਾਰ ਸਿਰ ਤੇ ਲੱਦ ਲਿਆ ਉਹਦਾ ਕੀ ਕਰੋਗੇ ਭਾਈ? ਇਸ ਕਰਕੇ ਮਹਾਰਾਜ ਕਹਿੰਦੇ ਵਿਵੇਕ ਬੁੱਧੀ ਨਾਲ ਸੋਚੋ ਕਿ food will never make anybody religious or spiritual.
हाँ, एक शाकाहारी बंदा जे महापाप कर रहा है, गुरु नानक साहब की नज़र दे विच वो पापी है। पर एक मांस खाण वाला बंदा जे ऐन किसी का हक नहीं मारदा, वो बिल्कुल सच जीवन बतीत कर रहा, धर्म वाला हो सकता है वो गुरु नानक साहब की नज़र च बख्शिया होए। ये गुरु जानते कि गुरु की नज़र सवली किस ते होनी है। पर महाराज कहते एक पासे जिहड़ा मांस ना खाण वाला कली यही हौमै कर ले कि मैं नहीं खांदा ते मैं पवित्र हाँ, फिर महाराज कहते तेरी विवेक बुद्धि नहीं, तेरी भ्रिष्ट बुद्धि है। इहनूं बहुत वड्डी सोझी चाहिए। इस करके गुरु नानक साहब ने इत्थे पहले सलूक की गल निबेड़ी है, पर गल इत्थे निबड़दी नहीं। गल समझो इत्थे शुरू होएगी, बाकी अगे ते बखेड़ा शुरू होएगा साडा जिहड़ा मन दे विच मांस खाण जां ना खाण दा। वो महला पहला जिहड़ा अगला सलूक है, महाराज कहते सतगुर मिलिया हुक्म बुझिया। हुक्म ते बुझिया नहीं गुरु दा केड़ा। महाराज जी सच कहते हैं, जे रत लग्या कपड़े जामा होए पलीत, जो रत पीवे है मानसा तिन क्यों निर्मल चीत। एक बंदे लहू नचोड़ी जा रहे ने मलक भागो की तरह, ते वो कहते जी ब्रह्म भोज भी करते हैं, पवित्र भी रहने हैं। महाराज कहते तू काहदा पवित्र है जे लोगों का लहू नचोड़ रहे हैं। ये विवेक बुद्ध, ये हुक्म है गुरु का, इनू कोई बिरला समझदा है। सतगुर मिलिया हुक्म बुझिया, तां को आवे रास, तां जीवन की रास पूंजी सोझी आउंदी है। नहीं ते अद्धी जिंदगी इसी अहंकार च फिरदे हां कि असी सगों पवित्र ही हो गए जे नहीं खांदे, ते जेड़े खांदे ने ते वो अपवित्र है। ना भलियो, ये ते मांस तो कोई नहीं बच सकिया, ये ते कोई इस तो नहीं बच सकिया। अगे स्पष्ट है गल, भावें कि जेड़े नहीं खांदे होणगे वो इस गल तो थोड़े जे औखे होणगे, ते जेड़े खांदे होणगे वो इस वेले खुश हो रहे होणगे, जेड़ा सुन रहे होणगे। पर गल सारी मुकदी अगले सलूक च होएगी। मैं इस करके कोई फैसला नहीं है कि जेड़े नहीं खांदे ते वो औखे ने ते जेड़े खांदे ने वो खुश हो रहे ने, बिल्कुल नहीं। इस गल बिल्कुल ना समझो, स्पष्ट गल अगे होएगी। जीवन की विਉਂਤ की गुरु नानक साहब समझाना चाहते हैं। नानू पंडित दे बहाने सतगुर मिलिया हुक्म बुझिया, ताको आवे रास। असल सोझी जी गल है ना, वो समझण वाली है। आप छुटिया नह छूटी है। लख जतन करके जे बंदा कहे ना कि मैं मांस नहीं खाता, पर महाराज कहते रस्सां कस्सां दे विच ते फसिया होया। मांस ते खाना छड्डता, पर 100 चीज़ां वो खा लियां जिहड़ा मांस का स्वाद देंदियां ने। फिर महाराज कहते खैड़ा कित्थों छुटिया? छुटना ते खैड़ा रस्सां कस्सां तो सी। भाई एक दाल खाण वाला भी रसिया हो सकता है, बदफैली वो भी कर सकता है। जे कहे कि नहीं जी मैं पिज़्ज़ा भी खाना है, मैं फलाना भी खाना है, मैं ढिंकना भी खाना है, मैं ये भी खाना है, पर हाँ मैं हाँ तो वैजीटेरियन। पर महाराज कहते वो वैजीटेरियन भी प्रवान नहीं है जिदे अंदर रस चोई जा रहा दुनिया के रसां का, जिदे अंदर काम का, क्रोध का, लोभ का, दुनिया के सारे रस ने। महाराज कहते खेड ते रसां तो उत्ते उठण दी सी। जीवन दे ए रसना तू अनरस राच रही तेरी। ते कली एक गल दी हौमै करनी सियाणप नहीं है गुरमत दे विच। ये गुरमत दा विशा नहीं। गुरु नानक साहब कहते ये ते कोई अपने जतन नाल नहीं छुट सकदा, इस सोझी नूं कोई नहीं प्राप्त कर सकदा। आप छुटे नह छूटी है, नानक बचन विनाश। नहीं ते जे सवाल ये खड़ा कर लिया ना कि तुसी मांस खांदे हो, गुरु नानक साहब कहणगे ये बचन सिर्फ विनाशता वाली लैके जाणगे, कख नहीं निकलेगा। ना खाण वाला इत्थे पवित्र ते ना खाण वाला पवित्र। ये ते बचना दा विनाश ही है। पवित्रता दी गल कुछ होर है। सरवण करो जी। महला पहला, मास मास कर मूर्ख झगड़े, ज्ञान ध्यान नहीं जाने। कौन मास कौन साग कहावे, किस में पाप समाणे। इस करके इहदा अहंकार ते करना लोड़ींदा ही नहीं है। जे नहीं खांदे ते शुक्र है, चलो एक रस्सा कस्सां तो ते उत्ते उठियां, बाकी ते गुरु जानदा है। जे खांदे हाँ ते फिर सतगुरु सच्चे पातशाह महाराज जी की बाणी दे होर नेड़े होइए, शब्द दे होर नेड़े होइए, ज्ञान दे होर नेड़े होइए। कोई सतगुरु ही चिणक बख्शे जो सतगुर का ज्ञान सच्चा है। ये बारे कोई फैसला नहीं है कि खाण नाल कोई ब्रह्म ज्ञानी बनता है या ना खाण नाल कोई ब्रह्म ज्ञानी बनता है। सरवण करो। मास मास कर मूर्ख झगड़े, ये मूर्खताई है। मुंह रख के झगड़ा ही किया जा सकता है। नहीं खाण वाला अपना जोर ला के दलीलां दे के चला जाएगा, पूरा ऐन साबित कर देगा नहीं खाना चाहिए। ते खाण वाला अपना साबित करके चला जाएगा जी नहीं खाण नाल की हुंदा है, खाना चाहिए। इस करके महाराज कहते
ਅੱਜ ਤੋਂ 550 ਸਾਲ ਪਹਿਲਾਂ ਮਹਾਰਾਜ ਜੀ ਨੇ ਨਿਬੇੜਾ ਦਿੱਤਾ ਸੀ ਕਿ ਇਸ ਗੱਲ ਤੇ ਵਿਚਾਰ ਨਹੀਂ ਹੋਣੀ ਚਾਹੀਦੀ। ਇਹ ਨਿੱਜੀ ਫੈਸਲਾ ਹੈ, ਇਹ ਭੋਜਨ ਤੁਹਾਡਾ ਨਿੱਜੀ ਫੈਸਲਾ ਹੈ। ਇਹ ਨਹੀਂ, ਹਰ ਇੱਕ ਸਰੀਰ ਆਪਣੇ ਕਰਕੇ ਬਣਿਆ ਹੋਇਆ, ਨਿੱਜ ਦਾ ਬਣਿਆ ਹੋਇਆ। ਨਿੱਜ ਦੀ ਆਵਾਜ਼ ਜਿਸ ਦਿਨ ਆਏਗੀ ਉਸ ਦਿਨ ਪ੍ਰਵਾਨ ਹੈ। ਕਿਸੇ ਦੇ ਕਹੇ ਰੋਕਤਾ ਤੇ ਮਨ ਖਾਈ ਜਾ ਰਿਹਾ, ਮਹਾਰਾਜ ਕਹਿੰਦੇ ਉਹ ਖਾਦਾ ਨਾ ਖਾਦਾ ਕੋਈ ਪ੍ਰਵਾਨ ਨਹੀਂ ਹੈ। ਇਹ ਮੂਰਖਤਾਈ ਹੈ, ਇਹ ਝਗੜਾ ਹੈ। ਗਿਆਨ ਧਿਆਨ ਨਹੀਂ ਜਾਣਾ, ਨਾ ਗਿਆਨ ਦੀ ਗੱਲ ਤੇ ਨਾ ਧਿਆਨ ਦੀ ਗੱਲ ਕੀਤੀ। ਸੁਰਤ ਟਿਕਾਉਣ ਦੀ ਗੱਲ ਮਾਸ ਨਾਲ ਕਿੱਥੋਂ ਆ ਗਈ? ਸੁਰਤ ਨਾ ਟਿਕਾਉਣ ਦੀ ਗੱਲ ਮਾਸ ਨਾਲ ਵੀ ਨਹੀਂ ਕਿੱਥੋਂ ਆ ਗਈ। ਮਹਾਰਾਜ ਕਹਿੰਦੇ ਜਿਹੜੇ ਮਾਸ ਨਹੀਂ ਖਾਂਦੇ ਤੇ ਸਰੀਰ ਆਪਣਾ ਮਾਸ ਤੇ ਆਪ ਖਾਂਦਾ ਹੈ। ਜਿਸ ਵੇਲੇ ਸਰੀਰ ਨੂੰ ਕੁਛ ਨਾ ਦਿੱਤਾ ਜਾਏ, ਸਰੀਰ ਆਪਣੀ ਚਰਬੀ ਆਪ ਖਾਂਦਾ ਹੈ। ਫਿਰ ਕੀ ਕਰੋਗੇ ਤੁਸੀਂ? ਫਿਰ ਵੀ ਤੇ ਇਹ ਚਰਬੀ ਖਾਂਦਾ ਸਰੀਰ ਅੰਦਰੋਂ ਅੰਦਰ। ਜੇ ਦੰਦਾਂ ਤੋਂ ਨਹੀਂ ਖਾ ਰਹੇ, ਫਿਰ ਅੱਗੇ ਸਾਹਿਬ ਜੀ ਕਹਿੰਦੇ ਕੌਣ ਮਾਸ ਕੌਣ ਸਾਗ ਕਹਾਵੈ। ਕੌਣ ਕਹਿੰਦਾ ਕਿ ਕੱਲੀ ਜਿੰਦ ਮਾਸ ਦੇ ਵਿੱਚ ਹੈ ਤੇ ਸਾਗ ਵਿੱਚ ਜਿੰਦ ਨਹੀਂ ਹੈ? ਜਿਹੜਾ ਚੀਕਾਂ ਮਾਰਦਾ ਉਹ ਜਿੰਦ ਜਾਣ ਵਾਲਾ, ਜਿਹੜਾ ਬੋਲ ਕੇ ਨਹੀਂ ਦੱਸ ਸਕਦਾ ਤੇ ਉਹ ਮੁਰਦਾ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਅਸੀਂ ਸਾਗ ਵੀ ਖਾਂਦੇ ਆ, ਜਿਹੜੀ ਵੀ ਜਿੰਨੀ ਕੁ ਵੀ ਅਸੀਂ ਵਸਤੂਆਂ ਖਾਂਦੇ ਆ, ਜਿੰਨਾ ਫਲ ਜਿੰਨਾ ਸਭ ਕੁਛ, ਤੇ ਮਹਾਰਾਜ ਕਹਿੰਦੇ ਕੋਈ ਜੀਵ ਤੋਂ ਬਿਨਾ ਨਹੀਂ ਹੈ। ਜੀਆਂ ਕਾ ਆਹਾਰ ਜੀ। ਮਹਾਰਾਜ ਜੀ ਕਹਿੰਦੇ ਖਾਣਾ ਇਹ ਕਰੇ, ਜੀਵਨ ਦਾ ਆਹਾਰ ਸਮਝੋ। ਇਸ ਕਰਕੇ ਕੌਣ ਮਾਸ ਖਾਣ ਵਾਲਾ ਕੋਈ ਦਾਵਾ ਕਰੇ ਮੈਂ ਖਾਣਾ, ਜਾਂ ਨਾ ਖਾਣ ਵਾਲਾ ਕਹੇ, ਤੇ ਸਾਗ ਖਾਣ ਵਾਲਾ ਕਹੇ ਜੀ ਮੈਂ ਮਾਸ ਨਹੀਂ ਖਾਂਦਾ। ਮਹਾਰਾਜ ਕਹਿੰਦੇ ਦੋਨੋਂ ਇੱਕੋ ਹੀ ਭਾਂਡੇ ਦੇ ਚੱਟੂ ਬੱਟੂ, ਇੱਕੋ ਹੀ ਸਿੱਕੇ ਦੇ ਪਹਿਲੂ। ਦੋਨਾਂ ਦਾ ਅਹੰਕਾਰ ਇੱਕ ਪਾਸੇ, ਇੱਕ ਨੂੰ ਨਾ ਖਾਣ ਦਾ ਅਹੰਕਾਰ ਤੇ ਇੱਕ ਨੂੰ ਖਾਣ ਦਾ ਅਹੰਕਾਰ। ਖਾਣ ਦੀ ਸੋਝੀ ਨਹੀਂ। ਕੌਣ ਮਾਸ ਕੌਣ ਸਾਗ ਕਹਾਵੈ। ਸਾਗ ਦੇ ਵਿੱਚ ਵੀ ਜੀਵ ਨੇ ਭਾਈ। ਕਿਸ ਮਹਿ ਪਾਪ ਸਮਾਣੇ। ਕਿਹੜੇ ਪਾਪ ਦੀ ਗੱਲ ਕਰੋਗੇ ਕਿ ਸਾਗ ਖਾ ਕੇ ਕਿਹੜਾ ਪਾਪੀ ਨਹੀਂ ਬਣਿਆ? ਨਹੀਂ ਜੀ ਨਹੀਂ, ਅਸੀਂ ਤੇ ਸਾਗ ਖਾਦਾ, ਪਾਪੀ ਨਹੀਂ। ਇਹਦਾ ਫੈਸਲਾ ਮਹਾਰਾਜ ਕਹਿੰਦੇ ਕੋਈ ਨਹੀਂ ਕਰ ਸਕਦਾ ਜੀ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੀ। ਮਾਸ ਛੋੜ ਬੈਸ ਨਕ ਪਕੜੇ, ਰਾਤੀ ਮਾਨਸ ਖਾਣੇ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਦੇਵਤਿਆਂ ਕੀ ਬਾਣੇ ਮਤਲਬ ਪੰਡਤ ਜੀ ਤੁਸੀਂ ਕਹਿੰਦੇ ਹੋ ਮਾਸ ਨਹੀਂ ਖਾਂਦੇ, ਦੇਵਤਿਆਂ ਕੀ ਬਾਣੇ। ਦੇਵਤਿਆਂ ਨੂੰ ਤੇ ਖੁਸ਼ ਕਰਨ ਵਾਸਤੇ ਪੁਰਾਣਾ 'ਚ ਲਿਖਿਆ ਕਿ ਗੈਂਡੇ ਦੀ ਬਲੀ, ਘੋੜੇ ਦੀ ਬਲੀ, ਜੀਵਾਂ ਦੀ ਬਲੀ ਦੇਣੀ ਪੈਂਦੀ ਹੈ। ਫਿਰ ਉਹਦਾ ਕੀ ਕਰੋਗੇ? ਇਹ ਤੇ ਲਿਖਿਆ ਪੁਰਾਣਾ ਦੇ ਵਿੱਚ, ਗੈਂਡਾ ਮਾਰ ਹੋਮ ਜਗ ਕੀਏ। ਇਹ ਤੇ ਯੱਗ ਕਰਦੇ ਦੇਵਤਿਆਂ ਕੀ ਬਾਣੇ। ਕਿੱਥੇ ਦੱਸੋ? ਇਹ ਨਹੀਂ ਲਿਖਿਆ ਕਿ ਦੇਵਤੇ ਨਹੀਂ ਖੁਸ਼ ਹੁੰਦੇ। ਦੇਵਤੇ ਤੇ ਖੁਸ਼ੀ ਬਲੀਆਂ ਤੋਂ ਹੁੰਦੇ ਆ। ਫਿਰ ਕਿੱਥੇ ਮਾਸ, ਕਿੱਥੇ ਫਿਰ ਵੈਸ਼ਨਵ। ਮਾਸ ਛੋੜ ਬੈਸ ਨਕ ਪਕੜੈ। ਜਿੱਥੋਂ ਲੰਘਦੇ ਹੋ ਕਹਿੰਦੇ ਹੋ ਨਹੀਂ ਜੀ ਮਾਸ ਦੀ ਮੁਸ਼ਕ ਆਉਂਦੀ ਹੈ, ਨੱਕ ਨੂੰ ਦੱਬ ਕੇ ਜਾਂਦੇ ਹੋ। ਤੇ ਰਾਤੀ ਸੌਣ ਤੋਂ ਪਹਿਲਾਂ ਪਏ ਹੋਏ ਬਿਸਤਰਾਂ ਦੇ ਵਿੱਚ ਵਿਉਂਤਾਂ ਗੁੰਨ ਰਹੇ ਹੁੰਦੇ ਹੋ ਕਿ ਅਗਲੇ ਦੀਆਂ ਜੜ੍ਹਾਂ ਮੈਂ ਕਿਵੇਂ ਵੱਢਾਂ, ਅਗਲੇ ਨੂੰ ਮੈਂ ਕਿਵੇਂ ਖਤਮ ਕਰਾਂ, ਅਗਲੇ ਦਾ ਲਹੂ ਮੈਂ ਕਿਵੇਂ ਨਿਚੋੜਾਂ। ਤੇ ਮਹਾਰਾਜ ਕਹਿੰਦੇ ਆਪ ਤੇ ਫਿਰ ਮਾਸ ਖਾਣ ਲੱਗਿਆ ਪਰਹੇਜ਼ਗੀ, ਰਾਤੀ ਮਾਨਸ ਖਾਣੇ। ਇਹਨੂੰ ਹੀ ਮਹਾਰਾਜ ਜੀ ਕਹਿੰਦੇ ਆ ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਬਾਹਰੋਂ ਤੇ ਅਸੀਂ ਕਹਿੰਦੇ ਆ ਮਾਸ ਨਹੀਂ ਖਾਂਦੇ, ਪਰ ਅੰਦਰ ਕਿਸੇ ਦਾ ਲਹੂ ਨਚੋੜ ਕੇ ਪੀ ਜਾ ਰਹੇ ਆ। ਮਹਾਰਾਜ ਕਹਿੰਦੇ ਉਹਨਾਂ ਵਿਉਂਤਾਂ ਆਹ ਤੇ ਖੇਡ ਸਾਰੀ ਮਨ ਦੀ ਸੀ। ਮਨ ਦੀ ਖੇਡ ਤੋਂ ਤੇ ਉੱਤੇ ਨਹੀਂ ਉੱਠੇ, ਸਿਰਫ ਬਾਹਰ ਦੇ ਫੋਕੇ ਅਹੰਕਾਰ ਨੂੰ ਲੈ ਕੇ ਤੁਰ ਪਏ ਹਾਂ ਜੇ। ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ। ਨਾਨਕ ਅੰਧੇ ਸਿਉ ਕਿਆ ਕਹੀਐ, ਕਹਿ ਨਾ ਕਹਿਆ ਬੂਝੈ। ਤੇ ਖਾਣ ਵਾਲਾ ਬੰਦਾ ਜਿਸ ਦਿਨ ਛੋੜ ਦਿੰਦਾ ਨਾ ਮਾਸ ਖਾਣਾ, ਤੇ ਫਿਰ ਉਹ 10 ਬੰਦਿਆਂ ਨੂੰ ਜਿਸ ਦਿਨ ਨਾ ਦੱਸੇ ਤੇ ਉਹਦੇ ਢਿੱਡ ਦੀ ਪੀੜ ਨਹੀਂ ਹਟਦੀ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਸਾਡੇ ਅੰਦਰ ਇੱਕ ਬਿਮਾਰੀ ਹੈ ਕਿ ਜੇ ਹੁਣ ਛੱਡਤਾ ਖਾਣਾ ਤੇ ਫਿਰ ਫੜ ਕੇ ਲੋਕਾਂ ਨੂੰ ਦੱਸਾਂਗਾ ਵੇ ਭੈਣੇ ਮੈਂ ਤੇ ਛੱਡਤਾ, ਤੂੰ ਹਜੇ ਤੱਕ ਖਾਂਦੀ ਹੈ। ਇਹ ਗੱਲ ਸਮਝਿਓ ਭਾਈ, ਬਿਲਕੁਲ ਫੜ ਕਰ ਲੋਕਾਂ ਨੂੰ ਦਿਖਲਾਵੇਂ। ਅਗਲੇ ਨੂੰ ਬੋਲ ਕੇ ਦੱਸਦੇ ਆ ਮੈਂ ਤੇ ਛੱਡਤਾ, ਮੈਂ ਤੇ ਵੈਸ਼ਨੂ ਹੋ ਗਈ, ਮੈਂ ਤੇ ਬਿਲਕੁਲ ਛੱਡ ਦਿੱਤਾ। ਮਹਾਰਾਜ ਕਹਿੰਦੇ ਉਹ ਛੱਡਿਆ ਕਾਹਦਾ ਛੱਡਿਆ ਭਾਈ, ਪਰਪੰਚ ਹੀ ਹੈ ਸਾਰਾ। ਖੇਡ ਤੇ ਕੁਝ ਹੋਰ ਹੈ, ਸਮਝੋ ਭਾਈ ਇਸ ਗੱਲ ਨੂੰ। ਖੇਡ ਕੋਈ ਹੋਰ ਵਰਤਾ ਰਹੇ ਨੇ ਗੁਰੂ ਨਾਨਕ ਸਾਹਿਬ। ਅੰਦਰ ਦੀ ਖੇਡ ਕੁਝ, ਗਿਆਨ ਧਿਆਨ ਦੀ ਖੇਡ ਕੁਝ ਹੋਰ ਹੈ। ਕਾਹੇ ਰੇ ਬਕਬਾਦ ਲਗਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਇਹ ਖਾਣ ਨਾ ਖਾਣ ਦਾ ਮਸਲਾ ਗੁਰੂ ਕੇ ਸਿੱਖੋ ਤੁਹਾਡਾ ਪਰਸਨਲ ਹੈ। ਡੋਂਟ ਮੇਕ ਇਟ ਰਿਲੀਜੀਅਸ। ਇਹਨੂੰ ਧਰਮ ਦਾ ਬੁਰਕਾ ਨਾ ਪਵਾਓ। ਧਰਮ ਦਾ ਬੁਰਕਾ ਨਹੀਂ ਪੈਣਾ ਚਾਹੀਦਾ। ਧਰਮ ਉਹਨਾਂ ਜੋ ਸਾਡੇ ਲੰਗਰ ਦੇ ਵਿੱਚ ਪੱਕਦਾ ਉਹ ਲੰਗਰ ਦੀ ਮਰਿਆਦਾ ਹੈ, ਪਰ ਨਿੱਜੀ ਜਿਹੜਾ ਤੁਹਾਡਾ ਹੈ ਨਾ, ਤੁਸੀਂ ਉਹਨੂੰ ਪੰਥ ਦੇ ਨਾ ਨਿਬੇੜੋ ਜਾਂ ਉਹਨੂੰ ਨਾ ਮਣੋ ਕਿ ਇਹ ਵੀ ਹੋਣਾ ਚਾਹੀਦਾ, ਨਹੀਂ ਇਹ ਵੀ ਪੈਣਾ ਚਾਹੀਦਾ।
भाई जिहड़ी चीज अपनी उहनूं अपनी रखो। इस करके सिख रहत मर्यादा जिहड़ी शुरू हुंदी है ना, वो पहले ही नखेड़ा कर दिंदी है। एक पंथक रहत है ते एक निजी रहत है। पंथ दी रहत तो कोई निजी रहत कमाउणा सिख ले ते उहदे वर्गा जीवन नहीं। पर जे नहीं मन मनदा ते फिर धक्के नाल धर्म नूं ना लैके आओ विच। धक्के नाल ना कहो जी नहीं किथे लिखिया मांस खाना नहीं खाना, कई किथे दसो जी। ये गल महाराज जी पहले ही बिल्कुल छड़ दिंदे, क्योंकि छड्डण वाला भी ते हौमे च तुरिया फिरदा। महाराज कहंदा ओदी ओदी हौमे ते ज्यादा पाप देण वाली है, ओदी हौमे ते ज्यादा धक्का पाएगी कि हाँ जी मैं ते छड़ता, फड़ कर लोकां नूं दिखलावैं, ज्ञान ध्यान नहीं सूझे मैं ते छड़ता है। 10 लोकां नूं बंदा दसदा। महाराज कहंदे इहदे विच ज्ञान ध्यान किथे दूजियां नूं दिखाउण वास्ते छड़िया ते फिर ते करम धर्म पाखंड जो दिसै तिन जम जागाती लुटै। करम धर्म पाखंड तो वध कुछ भी नहीं, मन नहीं मनिया कुछ भी नहीं। नानक अंधे स्यों क्या कहिए, कहे ना कहा बूझै। जिन्ना मर्जी समझा लो इस मसले ते, जिन्नी मर्जी बहस कर लो। खाण वाले अपने पक्के, ना खाण वाले अपने पक्के, इस गल ते कोई बहस नहीं। ये ते अपनी ज्ञान ते ध्यान दी अंदरों आवाज दी सोझी है। जिस दिन अंदरों आएगी वही सच निबेड़ा है जे। अंधा सोए जे अंध कमावे, तिस हृदय से लोचन नाही। मात पिता की रकत निपुन्ने, मच्छी मास न खाही। इस करके इनू पखंड ना बनाओ गुरु के सिखो। ये पखंड नहीं, इस गल का दावा नहीं है बिल्कुल। इस गल ते ये नहीं है कि जिहड़ा खांदा है ते वो पापी ते जिहड़ा नहीं वो पवित्र। समझो, अंधा सोए जी अंध कमावे। अंदरों असी महापापियां, महाकामियां, महाक्रोधियां, महालालचियां, खा रहे नचोड़ रहे अंदर मन करके लोकां नूं। ਉਹਦੇ बारे सानू सोझी नहीं है। तिस हृदय से लोचन नाई, हिरदे दियां अखां नहीं, अखां बंद करके पाप करी जा रहे ते बाहरों असी बड़े धर्मी हाँ। नहीं, महाराज कहते ना, मात पिता की रक्त निपन्ने। मात ते पिता दे रक्त तो पानी तो बने आ, ते पानी भी मास ही है। ये पानी तो ही मास बनता है, पानी तो ही रक्त बनया है, ते रक्त तो ही असी बने आ। मच्छी मास ना खाई ते सारा कुछ ये सब पानी भाव सब मास ही मास है जे। स्त्री पुरख है जान निस दिन मेला। निस मेला दोबारा पढ़ो जी। स्त्री पुरख है जान निस मेला, उथै मंद कमाही। मासो निमे मासो जमे, हम मासे कै भांडे। मास ना खाण वाला, ढंडोरा पिटण वाला, राती अपनी पत्नी दे नाल फिर जिहड़ा मिलाप करदा है, महाराज कहंदे है बिस्तर ते वो की है भाई। समझो इस गल नूं, कोई वाशना वाली गल नहीं है, बिल्कुल वड्डा हिरदा। स्त्री पुरख है जान निस मेला, उथे मंद कमाही, उथे भी ते मास ही है। फिर मासों निम्मे मासों जम्मे, हम मासा के भांडे। मास तो बिना कुछ नहीं है जे। ज्ञान ध्यान कछ सूझै नाही, चतुर कहावै पांडे। बाहर का मास मंदा स्वामी, घर का मास चंगेरा। अगे पढ़ो जी। जी जंत सब मासो होए, जिए लाए वासेरा। महाराज कहते ज्ञान ध्यान किछ सूझे ना ही। असल ते गल भाई अंदर दे ज्ञान ते ध्यान दी सी। गल ते अंदर दे सहज संतोख दे श्रृंगार दी सी। निवण सुअखर खमन गुण दी सी। हक पराया नानका दा सी। ਜਾਂ ਜੀ ਰਤ ਲੱਗੇ ਕੱਪੜੇ, ਜਾਂ ਝੂਠ ਬੋਲਣ ਦਾ ਸੀ, ਜਾਂ ਮੁਰਦਾਰ ਨਾ ਖਾਏ। ਝੂਠ ਵੀ ਹੈ, ਝੂਠ ਬੋਲ ਮੁਰਦਾਰ ਖਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੋਂ ਤੱਕ ਕਹਿੰਦੇ ਆ ਭਾਈ ਝੂਠ ਹੀ ਮੁਰਦਾ ਖਾਣਾ ਹੈ। ਹੋਰ ਦੱਸੋ, ਏਡੀ ਕ ਬਰੀਕ ਲਕੀਰ ਹੈ ਇਹ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇੱਕ ਚੀਜ਼ ਨੂੰ ਸਿਰਫ ਅਸੀਂ ਇਸ਼ੂ ਬਣਾ ਲਿਆ ਤੇ ਬਾਕੀ ਜੋ ਮਰਜ਼ੀ ਕਰਦੇ ਰਹੀਏ। ਨਹੀਂ, ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। फिर इन्हां गल्लां करके चतुराइयां का हुंदा जी मैं ते सोचा। बाहर का मांस मंदा स्वामी, बाहरों वाला मांस मंदा है, घर का मांस चंगेरा। नहीं दी ते जुबान लगी है ते सब महाराज कहंदे मांस मांस है भाई। ये भावें मूँह दे अंदर है ते भावें बाहर है, मांस मांस है। शरीर दे अंदर सैकड़े जंत मार रहे ने, सैकड़े जिउंदे होके फिर मार रहे ने, करोड़ां मार रहे ने। उन्हां करोड़ां मरण दा जिउण दा की है? महाराज कहते जिंदगी दी सारी सार है। जी जंत सब मासों होए, जी लया वसेरा। जी लाया लया वसेरा मतलब जिंद भी मास दे अंदर ही है।
ਆਤਮਾ ਭਾਵੇਂ ਸਰੀਰ ਤੂੰ ਕਹੇ ਮੈਂ ਮਾਸ ਤੋਂ ਪਰਾਂ ਹੋ ਗਿਆ, ਪਰ ਆਤਮਾ ਮਾਸ ਤੋਂ ਪਰਾਂ ਨਹੀਂ ਹੋ ਸਕਦੀ, ਕਿਉਂਕਿ ਆਤਮਾ ਵੀ ਇਸ ਮਾਸ ਦੇ ਸਰੀਰ ਲੋਥੜੇ ਵਿੱਚ ਹੈ ਜੀ। ਭਖ ਭਖੈ ਭਖ ਤਜ ਛੂਡੈ ਅੰਧ ਗੁਰੂ ਜਿਨ ਕੇਰਾ ਮਾਸੋ ਨਿਮੇ ਮਾਸੋ ਜੰਮੇ ਹਮ ਮਾਸੈ ਕਈ ਭਾਂਡੇ ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਆ ਭਖ ਭਖੈ ਜੋ ਨਹੀਂ ਖਾਣਾ ਉਹਨੂੰ ਖਾਈ ਜਾ ਰਿਹਾ। ਭਖ ਤਜ ਛੂਡੈ ਅੰਧ ਗੁਰੂ ਜਿਨ ਕੇਰਾ। ਮਹਾਰਾਜ ਨੇ ਕਿਹਾ ਸੀ ਕਿ ਨਹੀਂ ਭਰਾਈ ਆ ਹੱਕ ਦੇ ਪਰਾਏ ਦੇ ਉੱਤੇ ਨਹੀਂ ਅੱਖ ਰੱਖਣੀ, ਨਹੀਂ ਪਰਾਏ ਤਨ ਤੇ ਅੱਖ ਰੱਖਣੀ, ਨਹੀਂ ਪਰਾਇਆ ਸੋਚਣਾ, ਮਾੜਾ ਨਹੀਂ ਸੋਚਣਾ, ਨਹੀਂ ਮਾੜੇ ਬਾਰੇ ਤੂੰ ਇਹ ਸੱਚ ਦੇ ਮਾਰਗ ਤੇ ਤੁਰਨਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਗੱਲ ਨੂੰ ਕਿਸੇ ਨੇ ਸਮਝਿਆ ਨਹੀਂ, ਤੇ ਜੋ ਖਾਣ ਤੇ ਨਾ ਖਾਣ ਦੀ ਗੱਲ ਸੀ ਉਹਨੂੰ ਲੈ ਕੇ ਝਗੜ ਪਿਆ। ਮਹਾਰਾਜ ਕਹਿੰਦੇ ਤੈਨੂੰ ਮਨਾ ਕੀਤਾ ਸੀ ਕਿ ਭਾਈ ਤੂੰ ਮਾੜਾ ਜੀਵਨ ਨਾ ਬਤੀਤ ਕਰੀ। ਜਿਹੜੀ ਗੱਲ ਸਤਿਗੁਰੂ ਜੀ ਨੇ ਇਹਨਾਂ ਤੁਕਾਂ ਦੇ ਵਿੱਚ ਕਹਾ ਦਿੱਤੀ ਕਿ ਹੱਕ ਪਰਾਇਆ ਨਾਨਕਾ, ਜਾਂ ਮੁਰਦਾਰ ਖਾਏ, ਜਾਂ ਉਸ ਸੂਰ ਉਸ ਗਾਏ ਦੀ ਗੱਲ ਕੀਤੀ। ਆ ਭਖ ਭਖ ਹੈ, ਪਰਾਇਆ ਹੱਕ ਤੂੰ ਖੁਸ਼ ਹੋ ਕੇ ਖਾ ਲੈਣਾ, ਹੱਸ ਹੱਸ ਕੇ, ਖਿੱਲੀਆਂ ਉਡਾ ਉਡਾ ਕੇ ਲੈ ਜੀ ਮੈਂ ਕਰ ਲਿਆ, ਉਹਨੇ ਕੀ ਕੀਤਾ। ਤੇ ਫਿਰ ਭਖ ਤਜ ਛੋੜੈ, ਤੇ ਫਿਰ ਖਾਣ ਪੀਣ ਦੀ ਚੀਜ਼ਾਂ ਉੱਤੇ ਤੂੰ ਛੋੜ ਕੇ ਅਹੰਕਾਰ ਕਰਦਾ ਜੀ ਨਹੀਂ ਮੈਂ ਨਹੀਂ ਖਾਂਦਾ, ਮੈਂ ਤੇ ਪਵਿੱਤਰ ਆ, ਵੈਸ਼ਨੂ ਆ। ਪਰ ਜਿਹੜਾ ਗੁਰੂ ਨੇ ਵਰਜਿਆ ਸੀ ਉਹ ਤੇ ਤੂੰ ਕਰੀ ਜਾ ਰਿਹਾ, ਉਹ ਤੇ ਤੂੰ ਲਹੂ ਨਚੋੜੀ ਜਾਂਦਾ ਹੈ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਤੂੰ ਸਿਆਣਾ ਕਹੋ ਨਾ, ਇਹਦੀ ਕਾਹਦੀ ਸਿਆਣਪ। ਭਖ ਭਖ ਹੈ ਭਖ ਤਜ ਛੋੜੈ ਅੰਧ ਗੁਰੂ ਜਿਨ ਕੇਰਾ। ਤੇਰਾ ਤੇ ਗੁਰੂ ਵੀ ਹਨੇਰਾ ਹੀ ਹੈ, ਤੈਨੂੰ ਜਿਹੜਾ ਸਮਝਾ ਨਹੀਂ ਸਕਿਆ ਕਿ ਕਿੱਥੋਂ ਬਚਣਾ ਸੀ ਤੂੰ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ, ਮਾਸ ਦੇ ਭਾਂਡੇ। ਵਾਹਿਗੁਰੂ ਮਹਾਰਾਜ ਜੀ ਕਹਿੰਦੇ ਇਸ ਗੱਲ ਨੂੰ ਤੂੰ ਨਹੀਂ ਸਮਝ ਸਕਿਆ, ਮਾਸ ਦੇ ਵਿੱਚੋਂ ਹੀ ਜੰਮਿਆ, ਬਾਸ ਦੇ ਵਿੱਚੋਂ ਹੀ ਤੂੰ ਜੰਮ ਕੇ ਮਰੇਗਾ, ਤੂੰ ਮਾਸ ਦਾ ਹੀ ਭਾਂਡਾ ਹੈ। ਅੱਗੇ ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਆਪਣੇ ਆਪ ਨੂੰ ਸਿਆਣਾ ਕਹੁੰਦਾ ਹਾਂ ਜੀ। ਮਾਸ ਪੁਰਾਣੀ ਮਾਸ ਕਤੇ ਵੀ ਚਾਹੁ ਜੁਗ ਮਾਸ ਕੁਮਾਣਾ, ਜਜ ਕਾਜ ਵਿਆਏ ਸੁਹਾਵੈ ਉਥੈ ਮਾਸ ਸਮਾਣਾ। ਪੁਰਾਣਾ ਵਿੱਚ ਵੀ ਮਾਸ ਦਾ ਜ਼ਿਕਰ ਆਇਆ, ਮਾਸ ਪੁਰਾਣੀ, ਮਾਸ ਕਤੇਬੀ। ਕੁਰਾਨ ਵਰਗੇ ਕਤੇਬ ਵਰਗੇ ਗ੍ਰੰਥਾਂ ਵਿੱਚ ਮਾਸ ਦਾ ਜ਼ਿਕਰ ਆਇਆ। ਚੌਹੋਂ ਯੁਗ ਮਾਸ ਕਮਾਣਾ, ਜਦ ਚੌਹੋਂ ਯੁਗ, ਜਦ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਸੀ ਤਾਂ ਵੀ ਬੰਦੇ ਨੇ ਮਾਸ ਹੀ ਖਾਦਾ ਸੀ ਸ਼ੁਰੂਆਤ ਤੋਂ। ਬਈ ਸਿੱਧੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਨੇ ਕਿ ਬਈ ਸ਼ੁਰੂ ਤੋਂ ਮਾਸ। ਪੁਰਾਣਾ ਦੇ ਵਿੱਚ ਮਾਸ ਖਾਣ ਦਾ ਜ਼ਿਕਰ, ਕਤੇਬਾਂ ਵਿੱਚ ਮਾਸ ਖਾਣ ਦਾ ਜ਼ਿਕਰ। ਆ ਹੋਛੀ ਮਾਤਾ ਜਿਨ੍ਹਾਂ ਨੂੰ ਲੈ ਕੇ ਝਗੜ ਰਹੇ ਹਾਂ ਅਸੀਂ, ਮਾਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਖਾਣ ਵਾਲੇ ਮਹਾਪਾਪੀ, ਨਾ ਖਾਣ ਵਾਲੇ ਮਹਾਪਵਿੱਤਰ। ਨਹੀਂ, ਮਹਾਰਾਜ ਜੀ ਕਹਿੰਦੇ ਮਾਸ ਪੁਰਾਣੀ ਮਾਸ ਕਤੇਬੀ ਚੌਹੋਂ ਯੁਗ ਮਾਸ ਕਮਾਣਾ। ਚੌਹੋਂ ਯੁਗਾਂ ਤੋਂ ਮਾਸ ਚੱਲਦਾ ਆ ਰਿਹਾ। ਜੱਜ ਕਾਜ ਵਿਆਹੇ ਸੁਹਾਵੈ ਉਥੈ ਮਾਸ ਸਮਾਣਾ। ਜੱਜ ਕਹਿੰਦੇ ਐ ਜਦ ਯੱਗ ਸਫਲ ਹੁੰਦੇ ਸੀ ਤੇ ਮਾਸ ਰਿਨਿਆ ਜਾਂਦਾ ਸੀ। ਜਿਹੜਾ ਮਾਸ ਵੱਢਿਆ ਜਾਂਦਾ ਸੀ ਫਿਰ ਕਰਦੇ ਕੀ ਸੀ ਉਹਨਾਂ ਦਾ? ਜਿਹੜੇ ਤੁਸੀਂ ਬਲੀਆਂ ਦਿੱਤੀਆਂ ਕਰਦੇ ਕੀ ਸੀ? ਬਈ ਉਹਨੂੰ ਵੀ ਤੇ ਪਕਾ ਕੇ ਤੁਸੀਂ ਛਕਾਉਂਦੇ ਸੀ ਫਿਰ ਪਾਂਡਿਆਂ ਨੂੰ। ਜੱਜ ਕਹਿੰਦੇ ਫਿਰ ਕਾਜ ਵਿਆਹਵੈ, ਵਿਆਹ ਦੇ ਕਾਰਜ ਵਿੱਚ ਸੁਹਾਵੈ ਉਥੇ ਮਾਸ ਸਮਾਣਾ। ਉੱਥੇ ਵੀ ਤੇ ਮਾਸ ਹੀ ਹੈ ਜੀ। ਇਸਤਰੀ ਪੁਰਖ ਨਿਪਜੈ ਮਾਸੋਂ ਪਾਤਸ਼ਾਹ ਸੁਲਤਾਨਾ, ਜੇ ਓਏ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਅੱਗੇ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਏ ਧਿਆਣਾ, ਆਪ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਇਸਤਰੀ ਪੁਰਖ ਨਿਪਜਹਿ ਮਾਸੋਂ ਪਾਤਸ਼ਾਹ ਸੁਲਤਾਨਾ। ਕੋਈ ਐਸਾ ਨਹੀਂ ਹੈ ਜਿਹੜਾ ਮਾਸ ਵਿੱਚੋਂ ਨਹੀਂ ਜੰਮਿਆ ਹੋਏ। ਸਭ ਮਾਸ, ਕੋਈ ਪਾਤਸ਼ਾਹ, ਕੋਈ ਸੁਲਤਾਨ, ਕੋਈ ਪੰਡਤ, ਕੋਈ ਬ੍ਰਾਹਮਣ, ਕੋਈ ਮੁਸਲਮਾਨ, ਕੋਈ ਸਿੱਖ, ਸਭ ਇਹਦੇ ਵਿੱਚੋਂ ਹੀ ਹੈ। ਪਾਤਸ਼ਾਹ ਸੁਲਤਾਨ ਸਭ। ਜੇ ਉਹ ਦਿਸੈ ਨਰਕ ਜਾਂਦੇ, ਜੇ ਤੈਨੂੰ ਮਾਸ ਖਾਣ ਵਾਲੇ ਨਰਕ ਜਾਂਦੇ ਦਿਸਦੇ ਨੇ ਤੇ ਫਿਰ ਤੂੰ ਉਹਨਾਂ ਦਾ ਫਿਰ ਪੂਜਾ ਵੀ ਨਾ ਕਰ ਪੰਡਤ, ਫਿਰ ਉਹਨਾਂ ਤੋਂ ਤੂੰ ਦਕਸ਼ਣਾ ਵੀ ਨਾ ਲੈ। ਉਹ ਤੇ ਮਾਸ ਖਾਂਦੇ ਨੇ, ਉਹ ਪਾਪੀ ਨੇ। ਜੇ ਓਏ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ, ਫਿਰ ਤੂੰ ਉਹਨਾਂ ਦਾ ਦਾਨ ਲੈਂਦਾ। ਫਿਰ ਤੂੰ ਕਹਿੰਦਾ ਨਹੀਂ ਜੀ ਮੈਂ ਤੇ ਮਾਸ ਖਾਂਦਾ ਹੀ ਨਹੀਂ। ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਧਿਆਣਾ। ਦੇਂਦਾ ਨਰਕ ਦਾ ਮਤਲਬ ਕਿ ਜਿਹੜੇ ਦਾਨ ਦੇਣ ਵਾਲੇ ਨੇ ਉਹ ਤੇ ਨਰਕ 'ਚ ਜਾਣਗੇ ਕਿਉਂਕਿ ਉਹ ਮਾਸ ਖਾਂਦੇ ਨੇ, ਤੇ ਫਿਰ ਸੁਰਗ ਲੈਂਦੇ। ਤੇ ਜਿਹੜੇ ਲੈ ਰਹੇ ਨੇ ਉਹ ਮਾਸ ਨਹੀਂ ਖਾਂਦੇ, ਉਹ ਤੇ ਸਵਰਗਾਂ 'ਚ ਜਾਣਗੇ। ਮਹਾਰਾਜ ਕਹਿੰਦੇ ਮੱਥੇ ਮੱਤ ਤੇ ਹੱਥ ਮਾਰ,
ਇਹ ਕਾਹਦਾ ਤੂੰ ਨਿਬੇੜਾ ਬਣਾ ਲਿਆ ਇੱਥੇ? ਕਹਿੰਦੇ ਨਾ ਇੱਥੇ ਖਾਣ ਵਾਲਾ ਪਾਪੀ ਤੇ ਨਾ ਖਾਣ ਵਾਲਾ ਪਾਪੀ, ਗੱਲ ਤੇ ਹੋਰ ਹੀ ਕੁਛ ਹੈ, ਗੱਲ ਤੇ ਅੰਦਰ ਦੀ ਖੇਡ ਹੈ। ਪਾਪ ਪੁੰਨ ਦੀ ਖੇਡ ਕਿਉਂ ਬਣਾ ਲਈ ਮਾਸ ਦੀ? ਮਾਸ ਦੀ ਪਾਪ ਪੁੰਨ ਦੀ ਖੇਡ ਸੀ ਨਹੀਂ ਦੇਂਦਾ ਨਰਕ ਸੁਰਗ ਲੈਂਦੇ। ਦੇਖੋ ਇਹ ਧਿਆਣਾ, ਇਹ ਧੱਕਾ ਜੂਰੀ ਤੂੰ ਬਣਾਤੀ ਪੰਡਤਾ, ਇਹ ਸਿਆਣਪ ਥੋੜੀ ਹੈ, ਇਹ ਵਿਪਰਵਾਦ ਹੈ। ਆਪ ਨਾ ਬੁਝੈ ਲੋਕ ਬੁਝਾਏ ਭਾਂਡੇ, ਖਰਾ ਸਿਆਣਾ ਤੂੰ ਆਪ ਇਉਂ ਸਿਆਣਾ ਬਣੀ ਫਿਰਦਾ ਹੈ ਜੀ, ਪਰ ਆਪ ਬੁਝਦਾ ਨਹੀਂ ਹੈ। ਪਾਂਡੇ ਤੂੰ ਜਾਣੈ ਹੀ ਨਾਹੀ, ਕਿੱਥੋਂ ਮਾਸ ਉਪੰਨਾ, ਤੋਇਓ ਅਨ ਕਮਾਦ ਕਪਾਹ, ਤੋਇਓ ਤ੍ਰਿਭੁਵਨ ਗੰਨਾ। ਪੰਡਤ ਜੀ ਤੁਸੀਂ ਜਾਣਦੇ ਹੀ ਨਹੀਂ ਮਾਸ ਤੇ ਬਣਦਾ ਕਿੱਥੋਂ ਹੈ, ਆਇਆ ਕਿੱਥੋਂ ਹੈ। ਪਾਂਡੇ ਤੂੰ ਜਾਣੈ ਹੀ ਨਾਹੀ, ਕਿੱਥੋਂ ਮਾਸ ਉਪੰਨਾ, ਮਾਸ ਜੰਮਿਆ ਬਣਿਆ ਕਿੱਥੋਂ ਹੈ। ਤੋਇਓ ਕਹਿੰਦੇ ਪਾਣੀ, ਪਾਣੀ ਤੋਂ ਸਭ ਕੁਛ ਹੈ। ਪਹਿਲਾ ਪਾਣੀ ਜੀਉ ਹੈ, ਮਾਸ ਵੀ ਪਾਣੀ ਤੋਂ ਬਣਿਆ। ਮਹਾਰਾਜ ਕਹਿੰਦੇ ਤੋਇਓ ਅੰਨ, ਤੋਇਓ ਪਾਣੀ ਤੋਂ ਅੰਨ, ਪਾਣੀ ਤੋਂ ਕਮਾਦ, ਤੋਇਓ ਅੰਨ ਕਮਾਦ ਕਪਾਹ, ਪਾਣੀ ਤੋਂ ਕਪੜਾ। ਆ ਕਪੜਾ ਵੀ ਮਹਾਰਾਜ ਕਹਿੰਦੇ ਤੂੰ ਪਾਈ ਬੈਠਾ, ਤੂੰ ਕਹਿੰਦਾ ਇਹ ਮਾਸ ਨਹੀਂ ਹੈ। ਮਹਾਰਾਜ ਕਹਿੰਦਾ ਪਹਿਲਾਂ ਤੇ ਪਹਿਲਾ ਪਾਣੀ ਜੀਉ ਹੈ, ਪਹਿਲਾਂ ਤੇ ਪਾਣੀ ਮਾਸ ਹੈ, ਪਹਿਲਾਂ ਤੇ ਪਾਣੀ ਦੇ ਅੰਦਰ ਜਿੰਦ ਜਾਨ ਹੈ। ਇਹ ਕੱਪੜੇ ਵੀ ਮਹਾਰਾਜ ਕਹਿੰਦੇ ਮਾਸ ਜਿਹੜਾ ਤੂੰ ਪਾਈ ਫਿਰਦਾ, ਤੇ ਫਿਰ ਅਸੀਂ ਕਹਿੰਦੇ ਆ ਜੀ ਅਸੀਂ ਪਵਿੱਤਰ। ਮਹਾਰਾਜ ਕਹਿੰਦੇ ਤੋਇਓ ਅੰਨ ਕਮਾਦ, ਅੰਨ ਜਿਹੜਾ ਖਾ ਰਹੇ ਆ, ਕਮਾਦ ਜਿਹੜਾ ਖਾ ਰਹੇ ਆ, ਕਪਾਹ ਜਿਹੜੀ ਪਾ ਰਹੇ ਆ, ਤੋਇਓ ਤ੍ਰਿਭੁਵਨ ਗੰਨਾ, ਸਭ ਕੁਝ ਪਾਣੀ ਤੋਂ ਹੈ। ਇਸ ਸ੍ਰਿਸ਼ਟੀ 'ਚ ਕੁਝ ਐਸਾ ਨਹੀਂ ਹੈ ਜਿਹੜਾ ਪਾਣੀ ਤੋਂ ਬਿਨਾਂ ਸਾਡੇ ਕੋਲ ਹੋਏ। ਅੰਨ ਸਾਡੇ ਕੋਲ, ਭੋਜਨ ਪਾਣੀ ਦਾ, ਅੰਨ ਪਾਣੀ ਦਾ, ਇਹ ਹਵਾ, ਇਹ ਕੱਪੜਾ, ਇਹ ਲੀੜਾ, ਸਾਰਾ ਜਗਤ ਮਾਰ ਕਹਿੰਦੇ ਸਭ ਕੁਝ ਤੋਇਓ ਪਾਣੀ ਤੋਂ ਬਣਿਆ, ਤੇ ਗੰਨਾ ਵੀ ਪਾਣੀ ਤੋਂ ਹੈ ਜੀ। ਤੋਆ ਆਖੈ ਹਉ ਬਹੁ ਬਿਦ ਹੱਛਾ, ਤੋਐ ਬਹੁਤ ਬਿਕਾਰਾ, ਏਤੇ ਰਸ ਛੋੜ ਹੋਵੈ ਸੰਨਿਆਸੀ, ਨਾਨਕ ਕਹਿ ਵਿਚਾਰਾ। ਅੱਛਾ, ਉਹ ਪਾਣੀ ਚੰਗਾ ਹੋ ਗਿਆ ਜਿਸ ਪਾਣੀ ਨੂੰ ਤੁਸੀਂ ਪੀਂਦੇ ਹੋ, ਜਿਸ ਪਾਣੀ ਨਾਲ ਹੱਥ ਧੋਂਦੇ ਹੋ, ਜਿਸ ਪਾਣੀ ਨਾਲ ਇਸ਼ਨਾਨ ਕਰਦੇ ਹੋ ਤੀਰਥਾਂ 'ਚ, ਜਿਹੜਾ ਪਾਣੀ ਖੇਤਾਂ ਨੂੰ ਲਾਉਂਦੇ ਹੋ। ਤੇ ਉਹ ਪਾਣੀ ਮਾੜਾ ਹੋ ਗਿਆ ਜਿਹੜਾ ਪਾਣੀ ਪਿਤਾ ਦੀ ਬਿੰਦ ਵਿੱਚੋਂ ਨਿਕਲਿਆ ਤੇ ਮਾਤਾ ਦੇ ਗਰਭ ਦੇ ਵਿੱਚ ਨਿਮ ਕੇ ਲਹੂ ਨਾਲ ਮਿਲਿਆ, ਤੇ ਲਹੂ ਦੇ ਨਾਲ ਫਿਰ ਇਹ ਸਰੀਰ ਬਣਿਆ। ਮਹਾਰਾਜ ਕਹਿੰਦੇ ਉਹ ਪਾਣੀ ਮਾੜਾ ਹੋ ਗਿਆ ਤੇ ਇਹ, ਉਹ ਪਾਣੀ ਚੰਗਾ ਹੋ ਗਿਆ ਤੇ ਇਹ ਪਾਣੀ ਮਾੜਾ ਹੋ ਗਿਆ। ਮਹਾਰਾਜ ਕਹਿੰਦੇ ਪਾਣੀ ਪਾਣੀ ਹੈ, ਪਾਣੀ ਦਾ ਰੂਪ ਹੀ ਵਟਾਇਆ ਰੱਬ ਨੇ। ਬਸ ਉਹ ਪੀਣ ਵਾਲਾ ਵੀ ਪਾਣੀ ਤੇ ਸਾਡੀਆਂ ਰਗਾਂ ਦੇ ਅੰਦਰ ਵੀ ਪਾਣੀ, ਬਸ ਇਹ ਪਾਣੀ ਦਾ ਬਦਲਿਆ ਰੂਪ ਹੈ। ਜੇ ਪਾਣੀ ਵਿੱਚੋਂ ਫਸਲ ਨਿਕਲੀ ਹੈ ਤੇ ਫਿਰ ਪਾਣੀ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ, ਇਹ ਸਭ ਪਾਣੀ ਹੈ। ਇਹ ਮੂਰਤ ਪਾਣੀ ਦੀ ਹੈ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਮਨ ਦ੍ਰਿਸ਼ਟਾਨੀ। ਦੁਨੀਆ ਦੇ ਵਿੱਚ ਕੋਈ ਮਿੱਟੀ ਦੀ ਮੂਰਤ ਬਣਾਏ, ਕੋਈ ਮੈਟਲ ਦੀ ਬਣਾਏ, ਕੋਈ ਬਰਫ਼ ਦੀ ਬਣਾਏ, ਰੱਬ ਪਾਣੀ ਦੀ ਮੂਰਤ ਬਣਾਉਂਦਾ ਹੈ। ਇਹ ਪਾਣੀ ਦੀ ਮੂਰਤ ਹੈ ਭਾਈ, ਇਹ ਵੀ ਪਾਣੀ ਤੋਂ ਜੰਮਿਆ ਹੋਇਆ, ਇਹ ਸਰੀਰ ਪਾਣੀ ਤੋਂ ਬਣਿਆ। ਮਹਾਰਾਜ ਕਹਿੰਦੇ ਉਹ ਪਾਣੀ ਤੇਰੇ ਲਈ ਚੰਗਾ ਹੋ ਗਿਆ ਪੰਡਤਾ, ਤੇ ਇਹ ਪਾਣੀ ਮਾੜਾ ਹੋ ਗਿਆ। ਇਹ ਕਾਦੀ ਗੱਲ ਹੋਈ, ਕਾਹਦਾ ਲੌਜਿਕ ਹੋਇਆ? ਗੁਰੂ ਨਾਨਕ ਸਾਹਿਬ ਕਹਿੰਦੇ ਲੌਜਿਕ ਹੈ ਤੇ ਮੈਨੂੰ ਦੱਸ ਦਿਓ। ਜੇ ਏਡੀ ਵੱਡੀ ਲਕੀਰ ਕੋਈ ਖਿੱਚ ਸਕਦਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਖਿੱਚੀ, ਤੇ ਫਿਰ ਗੱਲ ਕਰੋ ਕੋਈ ਆ ਕੇ। ਮਹਾਰਾਜ ਨੇ ਉਹਦੀ ਲਕੀਰ ਨਹੀਂ ਕੱਢੀ। ਕਹਿੰਦੇ ਤੁਹਾਨੂੰ ਮੁਬਾਰਕ, ਮੈਂ ਪਰ ਦੱਸ ਦਿੰਦਾ ਪੁਰਾਣਾ 'ਚ ਵੀ ਤੁਸੀਂ, ਪਰ ਤੁਸੀਂ ਐਵੇਂ ਵੈਸ਼ਨੋ ਕਹਾ ਕੇ ਆਪਣੇ ਆਪ ਨੂੰ ਪਵਿੱਤਰ ਨਾ ਕਹਾਓ, ਸੋ ਪਵਿੱਤਰ ਨਾ ਕਹੋ ਕਿ ਇਹਦਾ ਪਰਛਾਵਾਂ ਤੁਹਾਡੇ ਚੁੱਲ੍ਹੇ ਦੇ ਉੱਤੇ ਪੈ ਗਿਆ ਤੇ ਇਹ ਨੀਵੀਂ ਜਾਤ ਵਾਲਾ, ਇਹ ਫਲਾਣਾ ਤੇ ਇਹ ਢਿੰਕਾ। ਮਹਾਰਾਜ ਕਹਿੰਦੇ ਤੋਆ ਆਖੈ ਹਉ ਬਿਦ ਹੱਛਾ, ਪਾਣੀ ਨੂੰ ਆਖਦੇ ਇਹ ਤੇ ਸਾਫ਼ ਪਾਣੀ ਹੈ। ਫਿਰ ਅੱਗੇ ਕਹਿੰਦੇ ਤੋਐ ਬਹੁਤ ਬਿਕਾਰਾ, ਤੋਐ ਕਹਿੰਦੇ ਪਾਣੀ, ਤੇ ਇਹ ਪਾਣੀ ਮੈਲਾ ਹੋ ਗਿਆ। ਇਸ ਕਰਕੇ ਕਬੀਰ ਸਾਹਿਬ ਦੀ ਇਹੀ ਜੰਗ ਰਹੀ ਸਾਰੀ ਉਮਰ ਕਿ ਤੁਮ ਕਤ ਬ੍ਰਾਹਮਣ ਹਮ ਕਦ ਸੂਦ। ਇਹ ਸਪਸ਼ਟ ਕੀਤਾ ਕਿ ਕਿਸ ਕਰਕੇ ਹਮ ਕਦ ਲੋਹੂ ਤੁਮ ਕਤ ਦੂਧ। ਮੈਨੂੰ ਦੱਸ ਦੇ ਬ੍ਰਾਹਮਣਾ, ਤੂੰ ਬਹੁਤ ਪਵਿੱਤਰ ਹੈ ਤੇ ਤੇਰੀ ਕਿਹੜੀ ਰਗਾਂ ਵਿੱਚ ਦੁੱਧ ਵਗਦਾ? ਜੋ ਲਹੂ ਮੇਰੇ ਵਿੱਚ ਹੈ ਉਹ ਲਹੂ ਤੇਰੇ ਵਿੱਚ ਹੈ। ਤੂੰ ਕਾਹ ਤੋਂ ਵੈਸ਼ਨੂ? ਇਹੀ ਤੇ ਜੰਗ ਸੀ ਨਾ ਬਾਬਾ ਫਰੀਦ ਜੀ ਦੀ, ਇਹੀ ਜੰਗ ਸੀ ਬਾਬਾ ਰਵਿਦਾਸ ਜੀ ਦੀ। ਮਾਸ ਦਾ ਕੰਮ ਕਰਦੇ ਸੀ ਤੇ ਬ੍ਰਾਹਮਣ ਨੇੜੇ ਨਹੀਂ ਲੱਗਣ ਦਿੰਦੇ ਸੀ। ਸਿੱਧੀ ਜੀ ਗੱਲ ਕੀਤੀ ਹੈ ਬਈ ਤੁਹਾਡੇ ਅੰਦਰ ਕਿਹੜਾ ਮਾਸ ਨਹੀਂ ਹੈ ਜਿਹੜਾ ਮੈਂ ਮਾਸ ਦਾ ਕੰਮ ਕਰਦਾ ਤੇ ਤੁਹਾਨੂੰ ਸਾੜਾ ਮਚਦਾ ਮੇਥੋਂ। ਆ ਸਪਸ਼ਟ ਗੁਰੂ ਨਾਨਕ ਸਾਹਿਬ ਨੇ ਕੀਤਾ ਕਿ ਭਾਈ ਇਸ ਗੱਲ ਤੋਂ ਉੱਤੇ ਉੱਠੀਏ। ਇਹ ਗੱਲ ਧਰਮ ਦਾ ਅੰਤਮ ਫੈਸਲਾ ਨਹੀਂ ਹੈ। ਇਹ ਗੱਲ ਜੇ ਨਹੀਂ ਖਾਂਦੇ ਤੇ ਕੋਈ ਬ੍ਰਹਮ ਗਿਆਨੀ ਨਹੀਂ ਹੈ, ਸੱਚੀ ਗੱਲ ਹੈ। ਖੇਡ ਹੋਰ ਕੋਈ ਵਰਤ ਰਹੀ ਹੈ, ਖੇਡ ਕੁਛ ਹੋਰ ਹੈ। ਮਹਾਰਾਜ ਕਹਿੰਦੇ ਸੁਰਤ ਦੀ ਉਡਾਰੀ ਜਿਸ ਦਿਨ ਹੋਏਗੀ ਨਾ,
उस दिन भाई गुरदास का यह पता चेता आएगा। मुर्दा होए मुरीद ना गली होवना, साबर सिद्धिक शहीद भ्रम भोख होवना, गोला मुल खरीद कारे जोवना, ना तिस भुख ना नींद, खाना ना खाना दी गल ते खत्म, उहदी भुख अद्धी तो भी अद्धी रह जाती है। जिहड़ा सेवक ठाकुर हो जाता, ठाकुर दा सेवक जिहड़ा हो जाता है, सेवा दे विच जिहड़ा इस पासे तुर पैंदा, जिहड़ा सेव कीती संतोखी जिनी सच्चों सच ध्याया, उन्हीं मंदे पैर ना रखे उनकर सुकृत। ये सारा पता पढ़ो। उन्हीं दुनिया तोड़े बंदना, अन्न पानी थोड़ा खाया। ये खेड समझियो, खेड कुछ होर है, खेड रस्सां कसां दी है। इत्थे स्पष्ट करके तो आख है कि किसी पानी नूं चंगा आखदा, किसी नूं बेकारा। ये ते रस छोड़ होवै सन्यासी, एवें तू सन्यासी बनिया फिरदा। ये सन्यास नहीं है, मन दे रसां नूं छड्ड के कोई सन्यासी हुंदा, काम नूं छड्ड के कोई सन्यास है। अंदर सील संतोख वाला सन्यासी है। नानक कह बिचारा भौड़ी हों क्या आखा एक जीव, तेरा अंत किन्हीं ना पाया, सच्चा शब्द विचार से तुझ ही माही समाया। महाराज कहते एक जुबान नाल मैं की विचार करा, तुहाडा अंत नहीं वाहिगुरु जी। सच्चे शब्द दी विचार ही तुहाडी सिफत सलाह करन वास्ते है, पर यह विचार करदे करदे कोई अंत नहीं पाएगा। ये तुहाडी विचार करन वाला तुहाडे विच ही समा जाएगा जी। एक भगवा वेश कर भरम दे, बिन सतगुर किनै ना पाया, देश दिसंतर भव थके, तुद अंदर पाप लुकाया। एक भगवा वेश करे कर भरम दे, कई भगवे वेश करके, पर सतगुरु सच्चे दी सोझी तो बिना नहीं प्राप्त किया जा। भावें 10 दिशावां विच भज लिया जाए, थक जाओ, पर रब ने जिहड़ी खेड अंदर लुकाई है, वो अंदर तो सतगुरु दी सोझी नाल मिलनी है जी। गुर का शब्द रतन है, कर चांदन आप दिखाया, अपना आप पछाणिया, गुरमति सच समाया। गुरु दा शब्द ही रतन है, कर चानन आप दिखाया। किसी नूं पुछण दी सोझी नहीं, किसी नूं पुछना दसना नहीं, अपना चानन गुरु आप देगा अंदर दा। की खाना है की नहीं खाना, की साडे शरीर लई लोड़ींदा है। जित खादा तन पीड़ी है, मन मह चलै बेकार। इस करके बाबा होर खाना खुशी खवा। अरे अंदर दी सोझी ये रतन आप दिखाएगा, अपना आप पछाणिया, गुरमति सच समाया। गुरु दे मत नाल सोझी मन दे विच ही मिलेगी जी। आवा गौण बाजारिया, बाजार जिनी रचाया, एक थिर सच्चा सलाहना, जिन मन सच्चा पाया। जे कोई इस गल नूं बाजारी बना ले कि नहीं जी खाण नाल पापी है ते ना खाण नाल पुन्नी है, महाराज कहते बाजारी गल नहीं। कोई भी किसी भी चीज नूं धर्म का कोई विशा बाजारी नहीं बनाना चाहिए कि ये नहीं खाते जी तां असीं इधर नहीं। खेड कुछ होर है, निमरता की खेड है, भावना की खेड है, सुच्चे प्रेम की खेड है। सतगुरु जी किथे किथे नहीं गए भाई, किथे किथे नहीं बैठे। ये गल समझण वाली है। समा समाप्ति वाल है, बाकी विचारां फिर अगाह नूं करांगे। आवागौण बाजारिया, बाजार जिनी रचाया, जिन्हें धर्म के विषयां नूं बाजारी बढ़ाता है अपनी शोभा वास्ते। महाराज कहते वह भी आवागमन च। एक थिर सच्चा सालाना, जिन मन सच्चा पाया। एक थिर जिन्हें मन टिका लिया, उन्होंने सच्चा दी जवाब सतगुरु सच्चे पातशाह जी के शब्द विचों ही मिल जाता है। उहदे लई फिर बहस करन दी जतन लोड़ नहीं पैंदी। भुलां चुकां दी खिमा। इन्हीं क विचारां दे नाल फतेह बुलाओ। सारे आखो जी वाहिगुरू जी का खालसा, वाहिगुरू जी की फतेह। वाहिगुरु परम सत्कारयोग गुरु रूप खालसा साध संगत जी, वाहिगुरु जी का खालसा, वाहिगुरु जी की फतेह। बहुत बहुत धन्यवाद डॉक्टर मनप्रीत सिंह साहब।